ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ 99 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਸੁਪਰੀਮ ਕੋਰਟ ਨੇ ਨਵੇਂ ਖੇਤੀ ਕਾਨੂੰਨਾਂ 'ਤੇ ਲਾਈ ਰੋਕ, ਬਣਾਈ ਨਵੀਂ ਕਮੇਟੀ। ਹਾਂਜੀ ਦੇਖੋ, ਅੱਜ ਜਿਹੜੀ ਇਹ ਸੁਣਵਾਈ ਹੋਈ ਜਾਂ ਕਹਿ ਲਓ ਕਿ ਫੈਸਲਾ ਆਇਆ, ਸਾਰਿਆਂ ਦੀ ਝਾਤੇ ਦੇ ਤੇ ਸੀਗੇ। ਸਾਰੇ ਜਿਹੜੇ ਲੋਕ ਸੀਗੇ ਕਿ ਨਿਗਾਹ ਲਾ ਕੇ ਬੈਠੇ ਸੀਗੇ, ਪਤਾ ਨਹੀਂ ਕੀ ਹੋਣਾ। ਵੈਸੇ ਸੰਕੇਤ ਕੱਲ ਮਿਲ ਗਏ ਸੀਗੇ, ਹਾਲੇ ਹੁੰਦੇ ਨਾ ਝੋਨੇ ਵਾਲੇ ਪਿੰਡ ਪਰਾਲੀਆਂ ਦੇ ਸੰਕੇਤ ਮਿਲ ਜਾਂਦੇ ਨੇ ਕਈ ਵਾਰ ਕਿ ਅਗਾਂਹ ਕੀ ਹੋਣਾ, ਕਿਉਂਕਿ ਸੁਪਰੀਮ ਕੋਰਟ ਨੇ ਕੱਲ ਜ਼ੋਰ ਦੇ ਕੇ ਕਿਹਾ ਸੀਗਾ ਕਿ ਅਸੀਂ ਇਹ ਕਾਨੂੰਨ ਹੋਲਡ ਕਰ ਲਵਾਂਗੇ, ਤਾਂ ਉਹਨਾਂ ਨੇ ਕਾਨੂੰਨ ਹੋਲਡ ਕਰ ਦਿੱਤੇ ਨੇ। ਇਸ ਤੋਂ ਪਹਿਲਾਂ ਕਾਫੀ ਦਲੀਲਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ। ਵੈਸੇ ਇੱਕ ਵੇਖਣ ਵਾਲੀ ਗੱਲ ਸੀ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਕੀਲ ਸੀ ਉਹ ਨਹੀਂ ਗਏ, ਫੂਲਕਾ ਸਾਹਿਬ ਵੀ ਨਹੀਂ ਗਏ, ਦਵੇ ਸਾਹਿਬ ਵੀ ਨਹੀਂ ਗਏ, ਹੋਰ ਜਿਹੜੇ ਇਹਨਾਂ ਦੇ ਹੈਗੇ ਸੀਗੇ ਰਿਪਰੈਜ਼ੈਂਟੇਟਿਵ ਉਹ ਨਹੀਂ ਗਏ ਸੁਪਰੀਮ ਕੋਰਟ ਦੇ ਵਿੱਚ। ਇਹ ਵੇਖਣ ਵਾਲੀ ਗੱਲ ਹੈ, ਸੁਪਰੀਮ ਕੋਰਟ ਉੱਤੇ ਲੱਭਦੀ ਰਹੀ ਕਿ ਉਹ ਬੰਦੇ ਆਏ ਨਹੀਂ ਹੈ, ਪਰ ਇਹ ਕਿਉਂ ਨਹੀਂ ਗਏ? ਤੇ ਜੇ ਪਹਿਲਾਂ ਗਏ ਸੀ ਤਾਂ ਅੱਜ ਕੀ ਫਰਕ ਪੈਂਦਾ? ਪਰ ਫੂਲਕਾ ਸਾਹਿਬ ਵੀ ਕਹਿੰਦੇ ਆ ਕਿ ਬਾਅਦ ਦੇ ਵਿੱਚ ਇਹ ਸਫਾਈ ਆਈ ਕਿ ਸਾਨੂੰ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਸੀਗਾ ਕਿ ਤੁਸੀਂ ਨਾ ਜਾਓ ਸੁਣਵਾਈ ਦੇ ਵਿੱਚ। ਸੋ ਇਹ ਸਾਫ਼ ਹੋ ਗਿਆ। ਪਰ ਉੱਥੇ ਜੋ ਵੀ ਹੋਇਆ ਉਹ ਦੇਖਣ ਵਾਲਾ ਸੀਗਾ, ਜਿੱਦਾਂ ਕਹਿ ਲਓ ਕਿ ਵਿਚਾਰਨ ਵਾਲਾ ਸੀਗਾ। ਜੇ ਆਪਾਂ ਦੇਖੀਏ ਦਲੀਲਬਾਜ਼ੀਆਂ, ਸਾਰੀਆਂ ਦਲੀਲਬਾਜ਼ੀਆਂ ਜੇ ਆਪਾਂ ਪੜ੍ਹਨੀਆਂ ਹੋਣ ਜਾਂ ਉਹਨਾਂ ਨੂੰ ਘੋਖਣਾ ਹੋਵੇ, ਬਹੁਤ ਲੰਮਾ ਸਮਾਂ ਚਾਹੀਦਾ। ਪਰ ਇਹ ਕਹਿ ਰਹੇ ਸੀਗੇ, ਮਤਲਬ ਕਿ ਜਿਹੜੀ ਸਫਾਈ ਦਿੱਤੀ ਫੂਲਕਾ ਸਾਹਿਬ ਨੇ ਜਾਂ ਕਿਸਾਨ ਜਥੇਬੰਦੀਆਂ ਵੱਲੋਂ, ਕਿ ਸੁਪਰੀਮ ਕੋਰਟ ਕੱਲ ਤੈਅ ਕਰ ਚੁੱਕੀ ਸੀਗੀ ਕਿ ਫੈਸਲਾ ਹੀ ਆਉਣਾ, ਸੋ ਬਾਕੀ ਨਹੀਂ ਸੁਣਿਆ ਜਾਣਾ ਤਾਂ ਅਸੀਂ ਕੀ ਕਰਨਾ ਜਾ ਕੇ। ਪਰ ਅੱਜ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਸਾਰੀਆਂ ਦਲੀਲਾਂ ਰੱਖੀਆਂ ਗਈਆਂ, ਬਹਿਸਬਾਜ਼ੀ ਹੋ ਗਈ। ਇੱਕ ਤਾਂ ਹੁੰਦਾ ਨਾ ਕਿ ਫੈਸਲਾ ਲਿਖਿਆ ਜਾਂਦਾ ਹੈ, ਜਿੱਦਾਂ ਕਿਸੇ ਨੂੰ ਦੋਸ਼ੀ ਕਰਾਰ ਦੇ ਦਿੰਦਾ ਤਾਂ ਅਗਲੇ ਦਿਨ ਨੂੰ ਫੈਸਲਾ ਸੁਣਾਉਣਾ ਹੁੰਦਾ, ਬਸ ਹੋਰ ਕੁਛ ਨਹੀਂ। ਪਰ ਇੱਥੇ ਬਹੁਤ ਲੰਮੀ ਚੌੜੀ ਇੱਕ ਬਹਿਸਬਾਜ਼ੀ ਦੇਖਣ ਨੂੰ ਮਿਲੀ, ਜਿਹਦੇ ਵਿੱਚ AP ਸਿੰਘ ਜਿਹੜੇ ਭਾਰਤੀ ਕਿਸਾਨ ਯੂਨੀਅਨ ਭਾਨੂ ਵਾਲੇ ਆ, ਉਹਨਾਂ ਨੇ ਵੀ ਪੱਖ ਰੱਖਿਆ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦੇਖੋ ਜੀ, ਅਸੀਂ ਗੱਲ ਕੀਤੀ ਆ ਤੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਉਹ ਇੱਥੋਂ ਜਾਣ ਵਾਸਤੇ ਵੀ ਸਹਿਮਤ ਨੇ ਤੇ ਅੱਗੇ ਵਾਸਤੇ ਪ੍ਰੋਟੈਸਟ 'ਚ ਆਉਣਗੇ ਵੀ ਜੀ। ਉਹਨਾਂ ਨੇ ਉੱਥੇ ਜਾ ਕੇ ਪੱਖ ਜਚਾ ਦਿੱਤਾ। ਸੋ ਦੂਸਰੇ ਪਾਸੇ ਜਿਹੜੇ ਹੈਗੇ ਸੀਗੇ ML ਸ਼ਰਮਾ, ਇਹ ਵੀ ਕਿਸਾਨਾਂ ਵੱਲੋਂ ਹੀ ਸੀ, ਕਿਸਾਨ ਤੇਰਾ, ਕਿਉਂਕਿ ਇੱਥੇ 2-3 ਸੁਣਵਾਈਆਂ ਸੀਗੀਆਂ ਨਾ। ਵੈਸੇ ਤਾਂ ਅੱਜ ਜੇ ਆਪਾਂ ਦੇਖੀਏ ਤਾਂ ਇੱਕ ਮਾਮਲੇ ਦੀ ਹੀ ਨਿਪਟਾਈ ਹੋਈ ਆ, ਨਿਬੇੜਾ ਹੋਇਆ। ਜਿਵੇਂ 3 ਵੱਖ-ਵੱਖ ਉੱਥੇ ਸੁਣਵਾਈਆਂ ਨੇ। ਇੱਕ ਤਾਂ ਕਿ ਕਾਨੂੰਨੀ ਤੌਰ 'ਤੇ ਇਹ ਵੈਲਿਡ ਨੇ ਜਾਂ ਅਨਵੈਲਿਡ ਨੇ, ਉਹ ਪਲੱਸ ਜੋ ਇੱਥੇ ਚੱਲ ਰਿਹਾ ਬਾਰਡਰ 'ਤੇ ਕਿ ਇਹਨਾਂ ਨੂੰ ਉਠਾਇਆ ਜਾਵੇ ਉਹ। ਤੇ ਤੀਜੀ ਇਹ ਆ ਕਿ ਸਮਰਥਨ ਵਾਸਤੇ ਵੀ ਸੁਪਰੀਮ ਕੋਰਟ ਦੇ ਵਿੱਚ ਗਏ ਆ। ਕਮਾਲ ਦੀ ਗੱਲ ਆ। ਸ਼ਾਇਦ ਮੇਰੇ ਖਿਆਲ ਦੇ ਨਾਲ ਜੁਡੀਸ਼ਰੀ ਦੇ ਹਿਸਟਰੀ ਦੇ ਵਿੱਚ ਸ਼ਾਇਦ ਰੇਅਰ ਮੌਕੇ ਹੋਣਗੇ ਕਿ ਜਦ ਸਮਰਥਨ ਦੇ ਵਿੱਚ ਹੈ ਕੋਈ ਸਰਕਾਰ ਦੇ, ਤੇ ਉਹ ਵੀ ਜਾ ਕੇ ਪਟੀਸ਼ਨ ਕਰਤਾ ਬਣ ਜਾਂਦਾ। ਤਾਂ ਤੁਸੀਂ ਸਮਝ ਗਏ ਕਿ 3 ਪਾਰਟ ਨੇ, ਤਾਂ 3 ਪਾਰਟ ਦੇ ਵਿੱਚੋਂ ਇੱਕ ਪਾਰਟ ਤੇ ਆਪਾਂ ਦੇਖੀਏ ਤਾਂ ਸੁਣਵਾਈ ਹੋਈ ਆ। ਇੱਕ ਅਧਿਆਇ ਜਿਹੜਾ ਉਹ ਖੋਲਿਆ ਗਿਆ, ਮੁੱਕਿਆ ਨਹੀਂ। ਇਹ ਵੇਖਣ ਵਾਲੀ ਗੱਲ ਆ। ਤਾਂ ਕਾਫੀ ਦਲੀਲਬਾਜ਼ੀਆਂ ਦੇ ਮੈਂ ਤੁਹਾਨੂੰ ਦੱਸਾਂ ਮੇਨ ਗੱਲਾਂ ਉਹਦੇ ਵਿੱਚੋਂ ਇਹ ਆ, ਕਿਉਂਕਿ ਲਾਈਵ ਅਪਡੇਸ਼ਨ ਆ ਜਾਂਦੀ ਆ, ਕੁਛ ਸੋਰਸਿਸ ਇਸ ਤਰ੍ਹਾਂ ਦੇ ਹੁੰਦੇ ਕਿ ਤੁਹਾਨੂੰ ਕੱਲੀ ਦਲੀਲ ਦਾ ਪਤਾ ਲੱਗੀ ਜਾਂਦਾ ਕਿ ਆਹ ਫਲਾਣਾ ਬੋਲਿਆ, ਆਹ ਫਲਾਣਾ ਬੋਲਿਆ, ਆਹ ਫਲਾਣਾ ਬੋਲਿਆ। ਤਾਂ ਉਹਦੀ ਜੇ ਆਪਾਂ ਦੇਖੀਏ ਪੰਜਾਬੀ ਹੋਣਾ ਕਿ ਤਾਂ ਕਾਫੀ ਔਖਾ ਹੋ ਜਾਂਦਾ। ਪੰਜਾਬੀ ਦੇ ਅਦਾਰੇ ਉਹ ਇੰਨਾ ਮੱਥਾ ਖਪਾਈ ਨਹੀਂ ਕਰਦੇ, ਸਿੱਧੀਆਂ ਮੇਨ ਚੀਜ਼ਾਂ ਚੱਕ ਲੈਂਦੇ ਨੇ। ਪਰ ਜੇ ਉਹ ਤੁਸੀਂ ਦੇਖੋਗੇ ਕੱਲੇ ਬੰਦੇ ਦੀ ਦਲੀਲ ਬਾਈ ਦਲੀਲ ਜੇ ਤੁਸੀਂ ਤੁਰੇ ਚੱਲੋਗੇ ਤਾਂ ਸਿਲਸਿਲੇਵਾਰ ਤਰੀਕੇ ਨਾਲ। ਪਰ 2-3 ਪਹਿਲੂ ਉਹਦੇ 'ਚ ਅਹਿਮ ਸੀਗੇ। ਇੱਕ ਤਾਂ ਇਹ ਕਿ ਸੁਪਰੀਮ ਕੋਰਟ ਇਸ ਚੀਜ਼ 'ਤੇ ਜਾਨੀ ਕਹਿ ਲਈਏ ਅਟਲ ਰਿਹਾ ਕਿ ਕਮੇਟੀ ਬਣਾਵਾਂਗੇ, ਅਸੀਂ ਇੱਕ ਕਮੇਟੀ ਬਣਾਵਾਂਗੇ। ਉਹਨਾਂ ਨੇ ਕਿਹਾ ਕਿ ਦੇਖੋ ਇਹ ਮਸਲਾ ਠੀਕ ਆ, ਨਾਗਰਿਕਾਂ ਦੀ ਜ਼ਿੰਦਗੀ ਦਾ ਸਵਾਲ ਵੀ ਆ, ਉਹਨਾਂ ਦੀ ਪ੍ਰੋਪਰਟੀ ਦਾ ਵੀ ਸਵਾਲ ਆ, ਉਹਦੀ ਅਸੀਂ ਰੱਖਿਆ ਵੀ ਕਰਨੀ ਹੈ। ਸਭ ਸਾਨੂੰ ਫਿਕਰ ਆ
ਕਿ ਕਾਨੂੰਨ ਦੇ ਵਿੱਚ ਐਸਾ ਕੁਛ ਨਾ ਹੋਵੇ ਕਿ ਜ਼ਮੀਨ ਜਿਹੜੀ ਆ ਉਹ ਗਿਰਵੀ ਹੋ ਜਾਵੇ ਜਾਂ ਵਿਕ ਜਾਵੇ, ਐਸਾ ਕੁਛ ਨਹੀਂ ਅਸੀਂ ਹੋਣ ਦੇਵਾਂਗੇ। ਤਾਂ ਫਿਰ ਉਹ ਅਸੀਂ ਇਹਦੀ ਝਾਕਖੋਰੀ ਕਰਾਂਗੇ। ਤਾਂ ਪਰ ਉਹਨਾਂ ਨੇ ਇੱਕ ਗੱਲ ਕਹੀ ਕਿ ਕਮੇਟੀ ਬਹੁਤ ਜ਼ਰੂਰੀ ਹੈ ਕਿ ਗਰਾਊਂਡ ਪੱਧਰ ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੇਖੀਆਂ ਜਾਣ, ਵਾਚੀਆਂ ਜਾਣ। ਹਾਲਾਂਕਿ ਉੱਥੇ ਇਹ ਦਲੀਲ ਵੀ ਆਈ ਕਿ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕੀਤਾ ਕਿ ਉਹ ਕਮੇਟੀ ਦੇ ਨਾਲ ਗੱਲਬਾਤ ਨਹੀਂ ਕਰਨਗੇ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਇਹ ਬੇਸ਼ੱਕ ਨਾ ਕਰਨ, ਚਰਚਾ ਲਈ ਆਉਣ ਜਾਂ ਨਾ ਆਉਣ, ਪਰ ਅਸੀਂ ਇੱਕ ਕਮੇਟੀ ਜ਼ਰੂਰ ਬਣਾਵਾਂਗੇ। ਤਾਂ ਕਮੇਟੀ ਵਾਲਾ ਮਸਲਾ ਜਿਹੜਾ ਉਹ ਉੱਥੇ ਛਾਇਆ ਰਿਹਾ। ਫਿਰ ਇਹਦੇ ਤੇ ਕਾਫੀ ਜ਼ਿਆਦਾ ਕਹਿ ਲਈਏ ਕਿ ਹੋਈ ਆ, ਬਹਿਸਬਾਜ਼ੀ ਹੋਈ ਆ ਕਿ ਕੀ ਕੀਤਾ ਜਾਵੇ, ਕੌਣ ਹੋਵੇ ਕੌਣ ਨਹੀਂ ਹੋਵੇ। ਫਿਰ ਉਸ ਤੋਂ ਬਾਅਦ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਐਂਡ ਦੇ ਵਿੱਚ ਮਤਲਬ ਕਿ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਹੋਲਡ ਕਰਦੇ। ਦੂਸਰਾ ਸੀਗਾ ਮਤਲਬ ਕਿ ਪਹਿਲਾ ਪੱਖ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਮੇਟੀ ਵਾਲੀ ਬਹਿਸ ਹੋ ਗਈ, ਦੂਸਰਾ ਹੋ ਗਿਆ ਕਿ ਕਾਨੂੰਨ ਉਹਨਾਂ ਨੇ ਹੋਲਡ ਕਰ ਦਿੱਤੇ ਤੇ ਭਾਈ ਇਹਨਾਂ ਨੂੰ ਲਾਗੂ ਨਹੀਂ ਕੀਤਾ ਜਾਏਗਾ ਜਦ ਤੱਕ ਫੈਸਲਾ ਨਹੀਂ ਹੁੰਦਾ। ਤਾਂ ਫੈਸਲਾ ਕਿਉਂਕਿ ਇਹ ਆ ਗਿਆ ਕਿ ਹੋਲਡ ਹੈ, ਪਰ ਜਿਹੜਾ ਇੱਕ ਵਿਸਤਾਰ ਸੈੱਟ ਹੁੰਦਾ, ਦੇਖੋ ਇਹ ਦਲੀਲਬਾਜ਼ੀਆਂ ਜਿਹੜੀਆਂ ਹੁੰਦੀਆਂ ਨੇ ਨਾ, ਜਿੱਦਾਂ ਮੈਂ ਤੁਹਾਨੂੰ ਕੁਛ ਦੱਸੇ ਆ ਨਮੂਨੇ ਕਿ ਕਿਸ ਤਰ੍ਹਾਂ ਕੌਣ ਬੋਲਿਆ, ਤੇ ਇੱਕ ਉਦਾਹਰਨ ਦੇ ਤੌਰ ਤੇ ਹੋਰ ਵੀ ਦੱਸ ਦਿੰਦਾ ਕਿ ਇੱਥੇ ਮਸਲਾ ਇਹ ਵੀ ਉੱਠ ਪਿਆ ਕਿ ਜਿਹੜੇ ਸਿੱਖ ਫॉर ਜਸਟਿਸ ਵਾਲੇ ਆ ਉਹਨਾਂ ਦਾ ਵੀ ਨਾਂ ਆ ਗਿਆ, ਕਹਿੰਦੇ ਕਿ ਉਹ ਫੰਡਿੰਗ ਕਰ ਰਹੇ। ਮਤਲਬ ਦੇਖੋ ਕਿ ਸਰਕਾਰ ਨੇ ਇਹ ਵੀ ਉੱਥੇ ਦਾਅਵਾ ਕੀਤਾ, ਵੈਸੇ ਇੱਕ ਵਕੀਲ ਨੇ ਦਾਅਵਾ ਕੀਤਾ, ਉਸ ਤੋਂ ਬਾਅਦ ਜਿਹੜੇ ਸੋਲਿਸਿਟਰ ਜਨਰਲ ਸਨ ਉਹਨਾਂ ਨੇ ਇਹਦੇ ਤੇ ਮੋਹਰ ਲਾ ਦਿੱਤੀ ਤੇ ਇਹ ਵੀ ਮੁੱਦਾ ਅੱਗੇ ਵੱਧ ਗਿਆ। ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਪਈਆਂ ਸੀਗੀਆਂ ਕਾਲੀ ਕਾਲੀ ਦੇ ਨਾਲ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇੱਕ ਪਹਿਲੂ ਸੀਗਾ ਕਿ ਜੋ 26 ਜਨਵਰੀ ਤੇ ਐਲਾਨੀ ਹੋਈ ਪਰੇਡ ਆ ਉਹ ਹੋਊਗੀ ਜਾਂ ਨਹੀਂ ਹੋਊਗੀ। ਤਾਂ ਇਹ ਕਾਫੀ ਜ਼ਿਆਦਾ ਇੱਥੇ ਰਹੀ। ਤਾਂ ਬਹਿਸ ਜੇ ਆਪਾਂ ਦੇਖੀਏ ਤਾਂ ਕਾਫੀ ਜ਼ਿਆਦਾ ਟਿਕੀ ਰਹੀ ਬਹਿਸ। ਤਾਂ ਉਹਦੇ ਵਿੱਚ ਜੋ ਟਰੈਕਟਰ ਰੈਲੀ ਬਾਰੇ ਦਲੀਲਾਂ ਆਈਆਂ ਤਾਂ ਦਿੱਲੀ ਪੁਲਿਸ ਨੇ ਕਿਉਂਕਿ ਇੱਕ ਸਪੈਸ਼ਲ ਅਰਜ਼ੀ ਲਾਗੂ ਕਰ ਦਿੱਤੀ ਉੱਥੇ ਕਿ ਹਾਂਜੀ ਜੋ ਦਖਲ ਦਾਇਰ ਕਰ ਦਿੱਤੀ ਕਿ ਸਾਡੀ ਤੇ ਵੀ ਇਸ ਗੱਲ ਤੇ ਸੁਣਵਾਈ ਹੋਵੇ। ਉੱਥੇ ਫਿਰ ਜਿਹੜੇ ਹੈਗੇ ਸੀਗੇ ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੇ ਕਿਹਾ ਕਿ ਦਵੇ ਕੱਲ ਕਹਿ ਕੇ ਗਏ ਸੀਗੇ ਕਿ ਟਰੈਕਟਰ ਰੈਲੀ ਨਹੀਂ ਹੋਵੇਗੀ। ਹਾਲਾਂਕਿ ਦਵੇ ਨੇ ਕੱਲ ਕਿਹਾ ਸੀਗਾ, ਜਿਹੜੇ ਇੱਥੋਂ ਦੇ 8 ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਸੰਗਠਨ ਸਨ ਜਿਹੜੇ ਉਹਨਾਂ ਨੂੰ ਰਿਪਰਜੈਂਟ ਕਰ ਰਹੇ ਸੀ, ਦੁਸ਼ਯੰਤ ਦਵੇ ਬਹੁਤ ਚੋਟੀ ਦੇ ਵਕੀਲ ਆ, ਤਾਂ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਰਾਜ ਪੱਖ ਤੇ ਜੋ ਤੁਹਾਡੀ ਪਰੇਡ ਹੋਏਗੀ ਉਹਨੂੰ ਅਸੀਂ ਕੋਈ ਡਿਸਟਰਬ ਨਹੀਂ ਕਰਾਂਗੇ। ਤਾਂ ਇੱਥੇ ਉਹ ਕਹਿੰਦੇ ਕਿ ਇਹ ਤਾਂ ਟਰੈਕਟਰ ਰੈਲੀ ਦਾ ਕਹਿ ਹੀ ਨਹੀਂ ਰਹੇ ਕਿ ਟਰੈਕਟਰ ਰੈਲੀ ਹੋਏਗੀ, ਤਾਂ ਕਹਿ ਰਹੇ ਆ ਕਿ ਭਾਈ ਟਰੈਕਟਰ ਰੈਲੀ ਹੋਏਗੀ ਹੀ ਨਹੀਂ। ਤੇ ਅੱਜ ਫਿਰ ਉੱਥੇ ਸਾਲਵੇ ਸਾਹਿਬ ਨੇ ਸਵਾਲ ਕੀਤਾ ਕਿ ਭਾਈ ਉਹ ਤੇ ਆਈ ਨਹੀਂ ਹੈ। ਸੋਲਿਸਿਟਰ ਜਨਰਲ ਨੇ ਮਤਲਬ ਕਿ ਰੈਲੀ ਰੋਕਣ ਵਾਸਤੇ ਉੱਥੇ ਕਹਿ ਦਿੱਤਾ, ਪਰ ਉੱਥੇ ਇਹਨਾਂ ਨੇ ਕਿਹਾ ਮਤਲਬ ਕਿ ਜੋ ਸੁਪਰੀਮ ਕੋਰਟ ਵਾਲੇ ਸੀਗੇ ਕਿ ਇਹ ਦੇਖਣਾ ਪੁਲਿਸ ਦਾ ਕੰਮ ਹੋਏਗਾ, ਉਹਨਾਂ ਨੇ ਇਜਾਜ਼ਤ ਦੇਣੀ ਹੈ ਜਾਂ ਨਹੀਂ ਦੇਣੀ। ਸੋ ਇਹਦੇ ਤੇ ਚਲੋ ਵਿਚਾਰ ਕਰਦੇ ਆ। ਤਾਂ ਸੁਣਵਾਈ ਸ਼ੁਰੂ ਹੋ ਗਈ ਇਹਦੇ ਤੇ ਵੀ, ਤਾਂ ਉੱਥੇ ਨੋਟਿਸ ਜਾਰੀ ਹੋ ਗਿਆ। ਇੱਥੇ ਵੀ ਕਹਿਣ ਦਾ ਮਤਲਬ ਕਿ ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਕਿ ਕਿਸ ਨੂੰ ਇਜਾਜ਼ਤ ਦੇਣੀ ਹੈ ਜਾਂ ਨਹੀਂ ਦੇਣੀ ਹੈ, ਪਰ ਅੱਜ ਸੁਪਰੀਮ ਕੋਰਟ ਨੇ ਇਹਨੂੰ ਵੀ ਕੰਸੀਡਰ ਕਰਦੇ ਆ ਨੋਟਿਸ ਕਰ ਦਿੱਤਾ। ਤਾਂ ਤੁਸੀਂ ਹੁਣ ਸਮਝ ਗਏ ਹੋ ਕਿ 3-4 ਪਹਿਲੂ ਆ ਗਏ ਆਪਣੇ ਸਾਹਮਣੇ ਨਿਖਰ ਕੇ ਆ ਗਏ। ਸਾਰੀ ਸਮੁੱਚੀ ਬਹਿਸ ਦੇ ਵਿੱਚ ਔਖਾ ਹੈ ਮੇਰੇ ਵਾਸਤੇ ਕਿਉਂਕਿ ਅੰਗਰੇਜ਼ੀ ਦੇ ਵਿੱਚ ਅਪਡੇਸ਼ਨ ਆਉਂਦੀ, ਉਹਨਾਂ ਨੂੰ ਟਰਾਂਸਲੇਟ ਕੀਤਾ ਜਾਂਦਾ ਔਰ ਉਹਨਾਂ ਦੇ ਵਿੱਚੋਂ ਫਿਰ ਇਹਨਾਂ ਚੀਜ਼ਾਂ ਨੂੰ ਕੱਢਿਆ ਜਾਂਦਾ ਕਿ 3-4 ਪਹਿਲੂ ਤਾਂ ਕਿ ਸਾਡੇ ਸਰੋਤਿਆਂ ਨੂੰ ਸਾਰੀ ਬਹਿਸ ਦਾ ਨਿਚੋੜ ਮਿਲ ਜਾਵੇ ਕਿ ਇਹ 3-4 ਪੱਖ ਸੀਗੇ, ਆਸਪੈਕਟ ਕਹਿ ਸਕਦੇ ਹੋ ਤੁਸੀਂ, ਜਿਨ੍ਹਾਂ ਤੇ ਸਾਰੀ ਸੁਣਵਾਈ ਜਿਹੜੀ ਅੱਜ ਦੀ ਕੇਂਦਰਿਤ ਹੈ। ਜੀ ਜੀ, ਬਾਕੀ ਹੋਰ ਬਹੁਤੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਬਸ ਮੇਨ ਆਹੀ ਪੁਆਇੰਟ ਸੀਗੇ ਜਿਹੜੇ ਮੈਂ ਤੁਹਾਨੂੰ ਗਿਣਾ ਦਿੱਤੇ ਕਿ 4-5 ਪਹਿਲੂ ਜਿਹੜੇ ਸੀਗੇ ਉੱਥੇ ਜਿਹੜੇ ਚਰਚਾ ਰਹੇ। ਤਾਂ ਸਿੱਖ ਫॉर ਜਸਟਿਸ ਦਾ ਮੁੱਦਾ ਖਾਸ ਤੌਰ ਤੇ ਉੱਥੇ ਉਛਾਲਿਆ ਗਿਆ ਔਰ ਕਮਾਲ ਦੀ ਗੱਲ ਹੈ ਕਿ ਉਹਦੇ ਤੇ ਸਰਕਾਰ ਨੇ ਮੋਹਰ ਲਾਈ ਹੈ ਤੇ ਨਾਲ ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਭਾਈ ਜਾਂਚ ਪੜਤਾਲ ਕਰੋ ਇਸ ਮੁੱਦੇ ਤੇ। ਤਾਂ ਸਭ ਤੋਂ ਪਹਿਲਾਂ ਜੇ ਆਪਾਂ ਇਸ ਚੀਜ਼ ਨੂੰ ਇੱਦਾਂ ਹੀ ਲਈਏ ਕਿ ਫੰਡਿੰਗ ਦਾ ਮਸਲਾ, ਦੇਖੋ ਇੱਕ ਚੀਜ਼ ਜਿਹੜੀ ਹੈ ਨਾ ਹੋਰ ਤੁਸੀਂ ਨਿਚੋੜ ਦੇ ਰੂਪ ਦੇ ਵਿੱਚ ਕੱਢ ਸਕਦੇ ਹੋ। ਬੜਾ ਸਿੰਪਲ ਜੇ ਤਾਂ ਤੱਤ ਸਾਰ ਕੱਢਣਾ ਹੋਵੇ ਕਿ ਤੱਤ ਸਾਰ ਕੀ ਹੈ ਕਹਾਣੀ ਦਾ, ਤੁਸੀਂ ਥੋੜਾ ਜਿਹਾ ਆਪਣੀਆਂ ਸੋਚਾਂ ਦੀਆਂ ਕੈਸਟਾਂ ਨੂੰ ਰਿਵਾਈਂਡ ਕਰ ਲਓ। ਗੱਲ ਕਿੱਥੋਂ ਚੱਲੀ ਸੀ, ਕਿੱਥੇ ਆ ਗਈ। ਮਤਲਬ ਕਿ ਸਰਕਾਰ ਡੇ 1 ਤੋਂ ਕੀ ਕਹਿ ਰਹੀ ਸੀ? ਸਰਕਾਰ ਕਹਿ ਰਹੀ ਸੀਗੀ ਕਿ ਆਪਾਂ ਕਮੇਟੀ ਬਣਾ ਕੇ ਆਪਾਂ ਅੱਗੇ ਤੁਰਦੇ ਹਾਂ, ਹੱਦ ਤੱਕ ਤੁਸੀਂ ਅਮੈਂਡਮੈਂਟ ਤਾਂ ਅੱਜ ਸੁਪਰੀਮ ਕੋਰਟ ਨੇ ਕੀਤਾ। ਦੂਜੀ ਚੀਜ਼ ਕਿ ਖਾਲਿਸਤਾਨੀ, ਹੁਣ ਤੁਸੀਂ ਦੇਖੋ ਕਿ ਦੇਸ਼ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ
ਥੋੜੇ ਦਿਨ ਪਹਿਲਾਂ ਕੀ ਕਹਿੰਦਾ, ਮਤਲਬ ਕਿ ਲਾ ਲਓ ਕਿ 8-10 ਦਿਨ ਪਹਿਲਾਂ ਉਹ ਕਹਿੰਦਾ ਕਿ ਨਿਰੋਲ ਕਿਸਾਨ ਸੰਘਰਸ਼ ਹੈ, ਇਹਨਾਂ ਨੂੰ ਕੁਝ ਹੋਰ ਕਹਿਣਾ, ਖਾਲਿਸਤਾਨੀ ਕਹਿਣਾ, ਦੇਸ਼ ਵਿਰੋਧੀ ਕਹਿਣਾ, ਇਹ ਬਿਲਕੁਲ ਗੈਰ ਵਾਜਬ ਹੈ। ਤਾਂ ਦੇਸ਼ ਦਾ ਡਿਫੈਂਸ ਮਿਨਿਸਟਰ ਜਿਹੜਾ ਸੁਪਰੀਮ ਕੋਰਟ 'ਚ ਝੂਠਾ ਪੈ ਗਿਆ, ਜਾ ਕੇ ਦੇਖ ਲਓ। ਉਹਨਾਂ ਨੇ ਮੋਹਰ ਲਾ ਦਿੱਤੀ। ਸੋਲਿਸਿਟਰ ਜਨਰਲ ਜਿਹੜਾ ਹੁੰਦਾ ਉੱਥੇ ਤੁਸੀਂ ਕਹਿ ਸਕਦੇ ਹੋ ਸਰਕਾਰ ਹੈ, ਮਤਲਬ ਸੋਲਿਸਿਟਰ ਜਨਰਲ ਹੋਇਆ ਜਿਹੜਾ ਉਹ ਉੱਥੇ ਇੱਕ ਤਰ੍ਹਾਂ ਨਾਲ ਸਰਕਾਰ ਬੋਲ ਰਹੀ ਹੈ। ਇਹ ਸੋਚਣ ਵਾਲੀ ਗੱਲ ਆ। ਹੁਣ ਦੇਖੋ ਫੰਡਿੰਗ ਦਾ ਜਿੱਥੋਂ ਤੱਕ ਮਸਲਾ ਹੈ, ਜੇ ਤੁਸੀਂ ਇਹਨੂੰ ਹੇਠਲੇ ਪੱਧਰ ਤੇ ਵੇਖੋਗੇ, ਅਸੀਂ ਤਾਂ ਕਿਉਂਕਿ ਇਸ ਸੰਘਰਸ਼ ਨੂੰ ਬਹੁਤ ਨੇੜਿਓਂ ਵੇਖਿਆ, ਨੇੜਿਓਂ ਕੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿੱਚ ਹਿੱਸਾ ਬਣ ਕੇ ਦੇਖਿਆ, ਤਾਂ ਫੰਡਿੰਗ ਕਿੱਥੋਂ ਆਉਂਦੀ ਹੈ ਕਿ 10 ਰੁਪਏ ਤੱਕ ਵੀ ਲੋਕ ਦਿੰਦੇ ਨੇ। ਸਕੂਲਾਂ ਦੇ ਬੱਚਿਆਂ ਨੇ ਆਪਣੀਆਂ ਬੁਗਣੀਆਂ, ਜਿਹਨਾਂ ਨੂੰ ਆਪਾਂ ਕਹਿੰਦੇ ਗੋਲਕਾਂ, ਉਹ ਜਾ ਕੇ ਦਿੱਤੀਆਂ ਨੇ ਇਸ ਸੰਘਰਸ਼ ਨੂੰ। ਮਾਈਆਂ ਨੇ ਆਪਣੀ ਜਿਹੜੀਆਂ ਉਹਨਾਂ ਦੀ ਹੁੰਦੀਆਂ ਨਾ, ਮਤਲਬ ਕਿ ਬਣਾਈਆਂ ਹੁੰਦੀਆਂ ਪੋਟਲੀਆਂ ਜਿਹੀਆਂ ਛੋਟੀਆਂ ਛੋਟੀਆਂ, ਗੁਥਲੀਆਂ ਕਹਿੰਦੇ ਸੀ ਪੁਰਾਣੇ ਜ਼ਮਾਨੇ 'ਚ, ਗੁਥਲੀਆਂ 'ਚੋਂ ਕੱਢ ਕੇ 600 ਰੁਪਈਆ ਤੱਕ ਦਿੱਤਾ ਵਾ। ਇੱਕ ਮੁੰਡਾ ਸ਼ਾਇਦ ਸਾਈਕਲ ਤੇ ਗਿਆ, ਮੇਰੇ ਮੂੰਹੋਂ ਮੋਟਰਸਾਈਕਲ, ਸਾਈਕਲ ਤੇ ਗਿਆ, ਸਿੰਘੂ ਬਾਰਡਰ ਤੇ 100 ਰੁਪਈਆ ਦੇ ਕੇ ਤੇ ਵਾਪਸ ਆ ਗਿਆ। ਇੱਕ ਸਾਈਕਲ ਤੇ ਗਿਆ 100 ਰੁਪਈਆ ਦੇਣ ਮੁੰਡਾ। ਸੋ ਇੱਥੇ ਪਿੰਡਾਂ ਦੇ ਵਿੱਚੋਂ ਉਗਰਾਹੀ ਲੱਗੀ ਹੈ, ਕਿੱਲਿਆਂ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਆ। ਮਾਫ਼ ਕਰਨਾ, ਮੈਨੂੰ ਕਹਿਣਾ ਪੈ ਰਿਹਾ, ਮੇਰੇ ਪਿੰਡੋਂ ਮੁੰਡੇ ਗਏ, ਜਾਣ ਲੱਗਿਆ ਕੁਛ ਸਮਾਨ ਭੇਜਣਾ ਸੀਗਾ, ਤਾਂ ਉੱਥੇ ਜਿਹੜਾ ਸਾਡੇ ਪਿੰਡ ਦਾ WhatsApp ਗਰੁੱਪ ਬਣਿਆ, ਜਿਹੜੇ ਮੁਲਾਜ਼ਮ ਮੁੰਡੇ ਆ, ਤਾਂ ਉੱਥੇ ਪੈਸਾ ਇਕੱਠਾ ਕੀਤਾ ਗਿਆ। ਮਤਲਬ ਕਿ ਉਹਨਾਂ ਦੇ ਵਿੱਚ ਪੁਲਿਸ ਵਾਲੇ ਵੀ ਸ਼ਾਮਲ ਸੀ। ਇਹਦਾ ਮਤਲਬ ਕਿ ਦੇਖੋ ਪੁਲਿਸ ਵਾਲੇ ਵੀ ਦੇਸ਼ ਵਿਰੋਧੀ ਹੋ ਗਏ। ਇਹ ਮੈਂ ਆਪਣੀ ਗੱਲ ਸੁਣਾ ਰਿਹਾ ਕਿ ਕਿਸ ਤਰ੍ਹਾਂ ਫੰਡ ਰੇਜ਼ ਹੋ ਰਿਹਾ, ਉਹਦੇ ਵਿੱਚ ਸਰਕਾਰੀ ਮੁਲਾਜ਼ਮ ਵੀ ਦੇ ਰਿਹਾ। ਕਿੱਲਾ ਤੁਸੀਂ ਦੇਖੋ ਨਾ, ਆਪਾਂ ਵਾਸ਼ ਕਹਿ ਦਿੰਦੇ ਹਾਂ ਕੁਛ ਇਲਾਕਿਆਂ ਦੇ ਵਿੱਚ, ਕੁਛ ਇਲਾਕਿਆਂ 'ਚ ਉਗਰਾਹੀ ਕਹਿ ਦਿੰਦੇ ਪੰਜਾਬ ਵਿੱਚ। ਕਿੱਲਿਆਂ ਦੇ ਹਿਸਾਬ ਨਾਲ ਉਗਰਾਹੀ ਕੀਤੀ ਜਾ ਰਹੀ ਹੈ। NRI ਭੇਜ ਰਹੇ, ਉੱਥੇ ਤੇ ਤੁਸੀਂ ਜਾਓਗੇ, ਫੰਡ ਲੱਖਾਂ ਰੁਪਈਆ ਆਉਂਦਾ ਸਿੰਘੂ ਬਾਰਡਰ ਤੇ ਰੋਜ਼ਾਨਾ ਸਟੇਜ ਤੇ, ਉਹ ਕੱਲਾ ਬੋਲਦੇ ਆ। ਜੇ ਕੋਈ ਕਹਿੰਦਾ ਕਿ ਨਹੀਂ ਭਾਈ ਮੇਰਾ ਗੁਪਤ ਦਾਨ ਹੈ, ਤਾਂ ਉੱਥੇ ਗੁਪਤ ਦਾਨ ਲਿਖਿਆ ਜਾਂਦਾ। ਤੁਸੀਂ ਉੱਥੇ ਆਪਣਾ ਬੰਦਾ ਬਿਠਾ ਦਿਓ, ਕੋਈ ਕੀ ਫਰਕ ਪੈਂਦਾ। ਸੋ ਫੰਡਿੰਗ ਆ ਰਹੀ ਆ, ਤੁਸੀਂ ਕੀ ਕਰਦੇ ਹੋ? ਜੇ ਬਾਹਰੋਂ ਫੰਡਿੰਗ ਆ ਰਹੀ ਹੈ ਤਾਂ ਤੁਸੀਂ ਕੀ ਕਰਦੇ ਹੋ? ਅੱਜ ਤੱਕ ਤੁਸੀਂ ਦੇਖਿਆ ਕਿਉਂ ਨਹੀਂ, ਪੜ੍ਹਿਆ ਕੋਈ ਕਿਉਂ ਨਹੀਂ ਹੈ? ਸਭ ਤੋਂ ਵੱਡੀ ਗੱਲ ਆ। ਖੈਰ ਇੱਥੇ ਤੁਸੀਂ ਦੇਖ ਲਓ ਕਿ ਜੋ ਇੱਕ ਨੈਰੇਟਿਵ ਸੈੱਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਇਹ ਖਾਲਿਸਤਾਨੀ ਨੇ, ਔਰ ਹੇਠਲੇ ਪੱਧਰ ਤੇ ਕੁਝ ਸਟੇਟਾਂ ਜਿਹੜੀਆਂ ਕਿ ਬਹੁਤ ਬੈਕਵਰਡ ਸਟੇਟਾਂ ਨੇ, ਮਾਫ਼ ਕਰਨਾ, ਪੜ੍ਹਾਈ ਲਿਖਾਈ ਪੱਖੋਂ, ਉੱਥੇ ਹੇਠਲੇ ਪੱਧਰ ਤੇ ਬਰਤਾਂਤ ਜਾ ਕੇ ਬਿਠਾਉਣ ਦਾ ਯਤਨ ਕੀਤਾ ਗਿਆ ਕਿ ਇਹ ਸੰਘਰਸ਼ ਅਸਲ ਦੇ ਵਿੱਚ ਖਾਲਿਸਤਾਨੀਆਂ ਦਾ ਔਰ ਕਾਮਰੇਡਾਂ ਦਾ ਸਾਂਝਾ ਬਣ ਗਿਆ ਹੈ। ਇਹ ਨੈਰੇਟਿਵ ਹੈ ਹੇਠਲੇ ਪੱਧਰ ਤੇ ਟੋਪੇ ਕੀ ਹੋ ਰਿਹਾ, ਔਰ ਸਰਕਾਰ ਕੀ ਕਹਿ ਰਹੀ ਹੈ। ਸਰਕਾਰ ਸ਼ੁਰੂ ਤੋਂ ਇਹਨਾਂ ਦੇ ਮੰਤਰੀ ਕੀ ਕਹਿ ਰਹੇ ਆ, ਕੋਈ ਟੁਕੜੇ ਗੈਂਗ ਕਹਿ ਰਿਹਾ, ਕੋਈ ਕਮਿਊਨਿਸਟ ਕਹਿ ਰਿਹਾ, ਕੋਈ ਮਾਓਵਾਦੀ ਕਹਿ ਰਿਹਾ, ਕੋਈ ਨਕਸਲੀ ਕਹਿ ਰਿਹਾ, ਕੋਈ ਖਾਲਿਸਤਾਨੀ ਕਹਿ ਰਿਹਾ। ਤਾਂ ਇਨ ਦੀ ਐਂਡ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਜਾ ਕੇ ਗੱਲ ਜਿਹੜੀ ਕਰ ਦਿੱਤੀ ਹੈ। ਹੁਣ ਤੀਜੀ ਚੀਜ਼ ਤੁਸੀਂ ਦੇਖ ਲਓ, ਇਹ ਇਤਫਾਕ ਦੇਖੋ ਸੁਪਰੀਮ ਕੋਰਟ ਦੇ ਵਿੱਚ ਕਿੱਦਾਂ ਹੋਇਆ। ਇਸ ਚੀਜ਼ ਨੂੰ ਮੈਂ ਜਿਵੇਂ ਕਹਿ ਰਿਹਾ ਤੱਤਸਾਰ ਦੇ ਰੂਪ ਦੇ ਵਿੱਚ। ਫਿਰ ਤੁਸੀਂ ਅਗਲੀ ਚੀਜ਼ ਦੇਖੋ, ਤਾਂ ਸਰਕਾਰ ਕਹਿੰਦੀ ਸੀ ਕਿ ਤੁਸੀਂ ਏਦਾਂ ਕਰੋ, ਜਦੋਂ ਤੱਕ ਗੱਲਬਾਤ ਚੱਲਦੀ ਆ ਨਾ, ਤਾਂ ਬਜ਼ੁਰਗ, ਬੱਚੇ, ਜਨਾਨੀਆਂ ਘਰਾਂ ਨੂੰ ਕਰ ਦਿਓ। ਤਾਂ ਸੁਪਰੀਮ ਕੋਰਟ ਕੀ ਕਹਿ ਰਿਹਾ, ਕਮਾਲ ਦੀ ਗੱਲ ਹੈ। ਔਰ ਉੱਥੇ ਫੂਲਕਾ ਸਾਹਿਬ ਕੱਲ ਕੀ ਕਹਿ ਕੇ ਆਏ, ਉਹ ਵੀ ਗੌਰ ਕਰਨ ਵਾਲੀ ਗੱਲ ਆ। ਫੂਲਕਾ ਸਾਹਿਬ ਦੀ ਜਦੋਂ ਬਾਬਾ ਲੱਖਾ ਸਿੰਘ ਵਾਲੀ ਗੱਲ ਚੱਲੀ ਸੀ, ਮੈਂ ਕਿਹਾ ਸੀ ਕਿ ਸ਼ਾਇਦ ਵਕੀਲ ਸਾਹਿਬ ਵੀ ਇੱਕ ਆਉਣਗੇ, ਉਹਨਾਂ ਤੇ ਵੀ ਬਹੁਤ ਉਮੀਦ ਆ। ਤਾਂ ਇਹ ਉੱਥੇ ਜਾ ਕੇ ਕਹਿ ਰਹੇ ਸੀਗੇ ਕਿ ਮੇਰੇ ਪਿੰਡੋਂ 40 ਟਰਾਲੀਆਂ ਆਈਆਂ, ਮੈਂ ਖੁਦ ਕਿਹਾ ਉਹਨਾਂ ਨੂੰ ਕਿ ਤੁਸੀਂ ਚੱਲ ਜਾਓ, ਪਰ ਮੰਨਦੇ ਨੇ। ਤਾਂ ਚੀਫ ਜਸਟਿਸ ਆਫ ਇੰਡੀਆ ਨੇ ਫਿਰ ਕਿਹਾ ਕਿ ਤੁਸੀਂ ਜਾ ਕੇ ਪਰਸਨਲੀ ਮੇਰੇ ਵੱਲੋਂ ਅਪੀਲ ਕਰੋ। ਤਾਂ ਖੁਦ ਚੀਫ ਜਸਟਿਸ ਆਫ ਇੰਡੀਆ ਉਹ ਕਿਹੜੀ ਗੱਲ ਕਹਿ ਰਹੇ ਆ ਜਿਹੜੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਭਾਈ ਪਿਛਾ ਨੂੰ ਚਲੇ ਜਾਓ। ਇਤਫਾਕ ਦੇਖੋ ਕਿ ਚੀਜ਼ਾਂ ਕਿਹੜੀਆਂ ਨਿਕਲ ਰਹੀਆਂ ਨੇ, ਉਹੀ ਨਿਕਲ ਰਹੀਆਂ ਨੇ ਜੋ ਸਰਕਾਰ ਦੀ ਜ਼ੁਬਾਨ ਚੋਂ ਹੁਣ ਤੱਕ ਨਿਕਲੀਆਂ ਨੇ। ਸੋ ਆਹ ਤੱਤ ਸਾਰਿਆ ਕਿ ਉਹੀ ਹੋਇਆ ਜੋ ਸਰਕਾਰ ਨੇ ਚਾਹਿਆ। ਇਤਫਾਕ ਹੈ ਜਾਂ ਕੋਈ ਸਾਕ ਹੈ, ਪਤਾ ਨਹੀਂ ਹੈ। ਫਿਰ ਸਰਕਾਰ ਦਾ ਪੱਖ ਸੀਗਾ ਜੀ ਕੱਲ ਨੂੰ ਇੱਥੇ ਕੋਈ ਗੜਬੜੀ ਹੋ ਸਕਦੀ ਹੈ, ਫਲਾਣ ਟਮਕਾ, ਤਾਂ ਉਹੀ ਸੁਪਰੀਮ ਕੋਰਟ ਦਾ ਅੰਦੇਸ਼ਾ ਰਿਹਾ ਕਿ ਦੇਖੋ ਜੀ ਕੱਲ ਕੋਈ ਵਾਇਲੈਂਸ ਹੋ ਸਕਦੀ ਹੋਵੇ, ਸਾਡੇ ਖੂਨ ਨਾਲ ਹੱਥ ਰੰਗੇ ਜਾਣੇ ਅਸੀਂ ਨਹੀਂ ਚਾਹੁੰਦੇ। ਪਰ ਤੁਹਾਨੂੰ ਉਦੋਂ ਕਿਉਂ ਨਹੀਂ ਪਤਾ ਲੱਗਿਆ ਜਦੋਂ ਅਗਸਤ ਮਹੀਨੇ ਦੇ ਵਿੱਚ ਹੀ ਪੰਜਾਬ ਸੜਕਾਂ ਤੇ ਆਇਆ ਪਿਆ ਸੀਗਾ। ਉੱਥੇ ਉਦੋਂ ਹੀ ਬੰਦੇ ਮਰਨੇ ਸ਼ੁਰੂ ਹੋ ਗਏ ਸੀ। ਤੁਹਾਨੂੰ ਯਾਦ ਹੋਣਾ ਬਾਦਲ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਖੁਦਕੁਸ਼ੀ ਹੋਈ ਸੀ, ਕਿੰਨੇ ਮਹੀਨੇ ਪਹਿਲਾਂ ਦੀ ਗੱਲ ਹੈ। ਉਦੋਂ ਗਰਮੀਆਂ ਸੀਗੀਆਂ, ਹੁਣ ਤਾਂ ਸਰਦੀਆਂ ਵੀ ਲੰਘਣ ਵਾਲੀ।
ਜਾਂਦੀਆਂ ਗਰਮੀਆਂ ਸੀਗੀਆਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਇੰਨੀ ਹੀ ਜ਼ਿਆਦਾ ਚਿੰਤਾ ਸੀ ਤਾਂ ਇੰਨੀ ਲੇਟ ਕਰਦੇ ਗਏ, ਸਭ ਤੋਂ ਵੱਡੀ ਗਲਤੀ ਹੈ। ਅਖੀਰ ਤੇ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਅਜੀਬ ਇਤਫਾਕ ਰਿਹਾ ਕਿ ਜੋ ਸਰਕਾਰ ਕਹਿ ਰਹੀ ਸੀ ਉਹੀ ਸੁਪਰੀਮ ਕੋਰਟ ਨੇ ਕਿਹਾ, ਪਰ ਜੋ ਕਿਸਾਨ ਸ਼ੁਰੂ ਤੋਂ ਕਹਿ ਰਿਹਾ ਸੀ ਉਹਨੇ ਇਸ ਸੰਦਰਭ ਦੇ ਵਿੱਚ ਅਖੀਰ ਉਹੀ ਕਿਹਾ। ਉਹਨਾਂ ਨੇ ਕਿਹਾ ਕਿ ਭਾਈ ਨਹੀਂ, ਅਸੀਂ ਸੁਪਰੀਮ ਕੋਰਟ ਦੇ ਵਿੱਚ ਧਿਰ ਨਹੀਂ ਬਣਨਾ, ਸਾਡੀ ਲੜਾਈ ਸਿੱਧੇ ਤੌਰ ਤੇ ਹਾਕਮਾਂ ਦੇ ਨਾਲ ਕੋਈ ਚੱਲਦੀ ਰਹੇ। ਜੀ ਸੋ ਮਿੰਟੂ ਜੀ, ਇਹ ਜਿਹੜੇ ਕਮੇਟੀ ਦੇ ਮੈਂਬਰਾਂ ਦੀ ਹੁਣ ਜਿਹੜੇ ਆਏ ਨੇ ਉਹਨਾਂ ਦੇ ਵਿਊਜ਼ ਦੀ ਵੀ ਇੱਕ ਕਾਫੀ ਜਿਹੜੀ ਤਸਵੀਰ ਘੁੰਮ ਰਹੀ ਹੈ, ਜਿਹੜੀ ਕਿ ਜਿੱਦਾਂ ਤੁਸੀਂ ਦੱਸਿਆ ਆ ਵੀ ਇਹ ਹੁਣ ਇਤਫਾਕ ਆ ਕਿ ਇਸਾਕ ਆ ਵੀ ਕਿਤੇ ਨਾ ਕਿਤੇ ਸਰਕਾਰ ਦੇ ਵਿਊ ਹੀ ਸਾਰੇ ਕੁਛ ਇਸ ਕਮੇਟੀ ਮੈਂਬਰ ਦੇ ਅਤੇ ਜਿਹੜੇ ਨਿਆਂ ਢਾਂਚਾ ਆ ਉਸ ਦੇ ਵਿੱਚੋਂ ਜਿਹੜੇ ਉਹ ਨਿਕਲ ਕੇ ਸਾਹਮਣੇ ਆ ਰਹੇ ਆ। ਸੋ ਹੁਣ ਜਿਹੜੇ ਕਿਸਾਨ ਆਗੂ ਇਸ ਕਮੇਟੀ ਦੇ ਮੈਂਬਰ ਤਾਂ ਨਹੀਂ ਬਣੇ, ਉਹਨਾਂ ਨੇ ਕੋਈ ਅੱਗੇ ਆਪਣਾ ਕੋਈ ਪ੍ਰੋਗਰਾਮ ਉਲੀਕਿਆ, ਕੁਛ ਦੱਸਿਆ ਆ ਵੀ ਉਹ ਕੀ ਕਰਨ ਜਾ ਰਹੇ ਨੇ? ਦੇਖੋ, ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਤੇ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਤੁਸੀਂ ਪਹਿਲਾਂ ਉੱਥੇ ਜਾ ਕੇ ਜਵਾਬ ਦੇਣ ਗਏ ਤਾਂ ਦੂਜੇ ਦਿਨ ਤੁਸੀਂ ਉੱਥੇ ਆਪਣੇ ਵਕੀਲ ਨਹੀਂ ਕਰ ਰਹੇ, ਜਿੱਦਾਂ ਕਿ ਕਾਫੀ ਜ਼ਿਆਦਾ ਲਾਸ ਹੋਇਆ। ਵੈਸੇ ਤੇ ਦੇਖੋ, ਮੈਂ ਤੇ ਇਸ ਸਾਰੀ ਬਹਿਸ ਨੂੰ ਜੇ ਸਮੇਟਾ ਤੇ ਇਸ ਪੱਖ ਤੋਂ ਵੀ ਦੇਖਦਾ ਕਿ ਇੱਕ ਟੈਲੀਵਿਜ਼ਨ ਦੀ ਡਿਬੇਟ ਸੀਗੀ ਜਿਹਦੇ ਵਿੱਚ ਕਈ ਵਾਰ ਮੇਰੇ ਵਰਗਾ ਬੈਠਾ ਹੋਵੇ ਨਾ, ਘੱਟ ਪੜ੍ਹਿਆ ਲਿਖਿਆ ਜਾਂ ਸਾਦਾ ਜਿਹਾ ਬੰਦਾ ਗੱਲ ਕਰਨ ਵਾਲਾ, ਉਹਨੂੰ ਮੌਕਾ ਹੀ ਨਹੀਂ ਦਿੰਦੇ, ਉਹਦੀ ਗੱਲ ਹੀ ਨਹੀਂ ਸੁਣਦਾ, ਜਾਂ ਕੋਈ ਪੱਤੀਆਂ ਸੁਣਾਉਣ ਵਾਲਾ ਹੁੰਦਾ। ਤਾਂ ਤੁਸੀਂ ਦੇਖੋ ਕਿ ਕਿਸਾਨ ਦੇ ਉੱਤੇ ਹੀ ਸੁਣਵਾਈ ਕੇਂਦਰ ਸੀ ਤਾਂ ਕਿਸਾਨ ਦੀ ਗੱਲ ਹੀ ਨਹੀਂ ਹੋਈ। ਇਹਦੀਆਂ ਸਮੱਸਿਆਵਾਂ ਕੀ ਨੇ, ਕੀ ਇਹਨਾਂ ਕਾਨੂੰਨਾਂ ਦੇ ਪ੍ਰਭਾਵ ਪੈ ਸਕਦੇ, ਉਹਦੇ ਵਾਸਤੇ ਤਾਂ ਕਮੇਟੀ ਬਣ ਗਈ। ਪਰ ਉੱਥੇ ਜਿੰਨੀ ਦਲੀਲਬਾਜ਼ੀ ਹੋਈ ਉਹ ਸਰਕਾਰ ਬਨਾਮ ਕਹਿ ਲਓ ਕਿ ਜਿੱਦਾਂ ਸਿੱਧੀ ਸੁਪਰੀਮ ਕੋਰਟ ਦੇ। ਤਾਂ ਤੀਸਰੀ ਜਿਨ੍ਹਾਂ ਦੇ ਨਾਲ ਇਹ ਸਾਰੀ ਖੇਡ ਜੁੜੀ ਵੀ ਹੈ ਉਹਨਾਂ ਨੂੰ ਤਾਂ ਗੱਲ ਜਿੱਦਾਂ ਕਹਿ ਲਈਏ ਕਿ ਕੱਲ ਉਲਕਾ ਸਾਹਿਬ ਜਾਂ ਦੁਸ਼ਮਣ ਦਵੇ ਸੀਗੇ ਜਿਹੜੇ, ਉਹਨਾਂ ਨੇ ਬਸ ਕੁਝ ਸੈਂਟੈਂਸ ਹੀ ਬੋਲੇ ਆ, ਗਿਣਤੀ ਦੇ ਕਹਿ ਲਓ, ਗਿਣਤੀ ਦੇ ਬੋਲ ਹੀ ਬੋਲੇ ਆ। ਤਾਂ ਉਹਨਾਂ ਨੂੰ ਤਾਂ ਇੱਕ ਸਮਾਂ ਨਾ ਦੇਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ। ਕਹਿਣ ਦਾ ਮਤਲਬ ਇਹ ਹੈ ਕਿ ਜਦ ਤੁਸੀਂ ਪਹਿਲੇ ਦਿਨ ਸੁਣਵਾਈ ਦਾ ਹਿੱਸਾ ਬਣ ਗਏ ਫਿਰ ਦੂਜੇ ਦਿਨ ਤੁਹਾਨੂੰ ਪਿੱਛੇ ਨਹੀਂ ਸੀ ਹਟਣਾ ਚਾਹੀਦਾ। ਮੇਰੇ ਕਹਿਣ ਦਾ ਮਤਲਬ ਸੀ ਉੱਥੇ ਤੁਸੀਂ ਸਟਰੋਂਗਲੀ ਕੁਝ ਚੀਜ਼ਾਂ ਨੂੰ ਕੰਡੈਮ ਕਰ ਸਕਦੇ ਸੀ, ਜਿੱਦਾਂ ਫੰਡਿੰਗ ਦਾ ਮਸਲਾ ਸੀਗਾ ਤਾਂ ਤੁਸੀਂ ਉੱਥੇ ਇਤਰਾਜ਼ ਕਰ ਸਕਦੇ ਸੀ ਕਿ ਫੰਡਿੰਗ ਕਿਵੇਂ ਆਉਂਦੀ ਸੀ। ਤੁਸੀਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ 'ਚ ਖੜ੍ਹ ਕੇ ਦੱਸ ਸਕਦੇ ਸੀ, ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ। ਤਾਂ ਉਹ ਇੱਕ ਮੌਕਾ ਸੀਗਾ ਕਿਉਂਕਿ ਤੁਸੀਂ ਆਲਰੇਡੀ ਪਹਿਲਾਂ ਜਾ ਚੁੱਕੇ ਹੋ, ਜੇ ਨਾ ਜਾਂਦੇ ਤਾਂ ਫਿਰ ਤਾਂ ਠੀਕ ਸੀ। ਖੈਰ, ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਇਸ ਤੋਂ ਤੁਰੰਤ ਬਾਅਦ ਕਿਸਾਨ ਜਥੇਬੰਦੀਆਂ ਦੀ ਆਪਣੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚ ਉਹੀ ਪੱਖ ਰਿਹਾ ਜੋ ਇਹਨਾਂ ਦਾ ਪਹਿਲਾਂ ਸੀਗਾ। ਤਾਂ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਕਮੇਟੀ ਨੂੰ ਰੱਦ ਕਰਦੇ ਹਾਂ। ਮਤਲਬ ਰੱਦ ਕਰਨ ਤੋਂ ਭਾਵ ਕੀ ਹੈ ਕਿ ਅਸੀਂ ਇਹਦੇ ਕੋਲ ਕੋਈ ਗੱਲਬਾਤ ਨਹੀਂ ਕਰਨੀ ਜਾਵਾਂਗੇ, ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਆਰਡਰ, ਦੇਖੋ ਮੈਂ ਇਮਾਨਦਾਰੀ ਨਾਲ ਕਹਾਂ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਵਿੱਚ ਸਮਾਂ ਲੱਗ ਜਾਂਦਾ, ਲੇਟ ਵੀ ਹੋ ਗਿਆ, ਫਿਰ ਚਲੋ ਕੋਈ ਆਪਣੀ ਫਿਜ਼ੀਕਲੀ ਐਕਟੀਵਿਟੀ ਕਰਨੀ ਹੁੰਦੀ ਹੈ ਸ਼ਾਮ ਨੂੰ। ਮੈਂ ਉਹ ਫੈਸਲਾ ਨਹੀਂ ਪੂਰਨ ਤੌਰ 'ਤੇ ਪੜ੍ਹ ਸਕਿਆ ਕਿਉਂਕਿ ਅੰਗਰੇਜ਼ੀ ਦੇ ਵਿੱਚ ਹੋਏਗਾ, ਜ਼ਾਰਾ ਦੀ ਗੱਲ ਹੈ, ਉਹਦੇ 'ਚ ਟਾਈਮ ਲੱਗੇਗਾ ਥੋੜ੍ਹਾ, ਉਹ ਵੇਖਣਾ ਪਏਗਾ ਕਿੰਨੇ ਪੈਰਿਆਂ ਦਾ ਉਹਦੇ ਵਿੱਚ ਸੁਪਰੀਮ ਕੋਰਟ ਨੇ। ਦੇਖੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫਲਾਣੇ ਨੇ ਆਹ ਗੱਲ ਕਹੀ ਤੇ ਆਹ ਗੱਲ ਕਹੀ, ਸੰਖੇਪ ਦੇ ਵਿੱਚ ਤੁਹਾਨੂੰ ਦੱਸਦਾ ਰਿਹਾ ਵਾਂ। ਉਸ 'ਤੇ ਇੱਕ ਕਿਸਾਨ ਸੰਗਠਨ ਵੀ ਉਹਨਾਂ ਨੇ ਗਿਣਤੀ ਪੁੱਛ ਲਈ ਕਿ ਤੁਸੀਂ ਕਿੰਨਿਆਂ ਕੁ ਨੂੰ ਰਿਪ੍ਰਜੈਂਟ ਕਰਦੇ ਹੋ, ਕਿੰਨੇ ਮੈਂਬਰ ਆ ਤੁਹਾਡੇ? ਉਹ ਕਹਿੰਦੇ ਜੀ ਅਸੀਂ ਸਭ ਤੋਂ ਵੱਡੇ ਹਾਂ ਦੇਸ਼ ਦਾ ਕਿਸਾਨ ਸੰਗਠਨ। ਤਾਂ ਉਹ ਜਿਹੜੇ ਹੈਗੇ ਸੀ ਚੀਫ ਜਸਟਿਸ ਸਾਹਿਬ, ਉਹਨਾਂ ਕਿਹਾ ਕਾਹਵੇਂ ਅੰਦਾਜ਼ਾ ਤੇ ਕੋਈ ਹੋ ਕਿੰਨੇ? ਆਖੇ ਜੀ ਲੱਖਾਂ। ਉਹਨਾਂ ਨੇ ਕਿਹਾ ਜਿਸ ਹਿਸਾਬ ਨਾਲ ਤੁਹਾਡੀ ਗਿਣਤੀ ਹੈ ਨਾ, ਦੇਸ਼ ਦੀ ਆਬਾਦੀ ਥੋੜ੍ਹੀ ਪੈ ਜਾਣੀ ਆ ਜਿਸ ਹਿਸਾਬ ਨਾਲ ਤੁਸੀਂ ਇਕੱਲੇ ਸੰਗਠਨ ਦੀ ਗਿਣਤੀ ਦੱਸਦੇ ਹੋ ਕਿ ਮੇਰੇ ਮਗਰ ਇੰਨੇ ਆ ਤੇ ਮੇਰੇ ਮਗਰ ਇੰਨੇ 100 ਸੰਗਠਨ ਆ। ਸੋ ਇਸ ਤਰ੍ਹਾਂ ਦੀਆਂ ਹਲਕੀਆਂ ਗੱਲਾਂ ਵੀ ਹੁੰਦੀਆਂ ਨੇ ਪਰ ਉਹ ਰਿਕਾਰਡ ਤੇ ਨਹੀਂ ਆਉਂਦੀਆਂ। ਮਤਲਬ ਕਿ ਅਸਲ ਦੇ ਵਿੱਚ ਉਹੀ ਗੱਲਾਂ ਮੰਨੀਆਂ ਜਾਂਦੀਆਂ ਜੋ ਫੈਸਲੇ ਦੇ ਵਿੱਚ ਲਿਖੀਆਂ। ਸਮਝੀਏ ਨਾ ਤੁਸੀਂ, ਇੱਕ ਬਹਿਸ ਹੈ, ਜਿਹੜਾ ਉਹ ਵੱਖਰਾ ਇੱਕ ਪੱਖ ਹੈ ਸਾਰੀ ਸੁਣਵਾਈ ਦਾ। ਜੋ ਫੈਸਲਾ ਦਿੱਤਾ ਗਿਆ ਉਹਨੂੰ ਪੜ੍ਹਨ ਦੀ ਜ਼ਰੂਰਤ ਹੋਏਗੀ ਕਿ ਉਹਦੇ ਵਿੱਚ ਉਹਨਾਂ ਨੇ ਕਮੇਟੀ ਦਾ ਕੀ ਰੋਲ ਤੈਅ ਕੀਤਾ। ਸਭ ਤੋਂ ਜ਼ਰੂਰੀ ਗੱਲ ਹੈ ਉਹ ਤੁਸੀਂ ਜੇ ਦੇਖਣੀ ਹੋਵੇ ਤਾਂ ਗੂਗਲ 'ਤੇ ਜਾ ਕੇ ਅੱਜ ਜੱਜਮੈਂਟ ਕੱਢ ਲਿਓ ਜਾਂ ਉਹਨੂੰ ਕੁਛ ਤੁਸੀਂ ਕਹੋਗੇ ਜਿੱਦਾਂ ਇਹ ਬੋਲਦੇ ਹੁੰਦੇ ਡਾਇਰੈਕਸ਼ਨ ਵਗੈਰਾ ਜੋ ਵੀ ਰੂਲਿੰਗ ਵਗੈਰਾ ਆ ਜਾਂਦੀ ਹੈ, ਆਬਜ਼ਰਵੇਸ਼ਨ ਆ ਜਾਂਦੀ ਹੈ, ਜੋ ਉਹ ਤੁਸੀਂ ਲੱਭ ਸਕਦੇ ਹੋ, ਤੁਸੀਂ ਪੜ੍ਹ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਹੈ। ਤਾਂ ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ ਕਮੇਟੀ, ਤੁਸੀਂ ਵੀ ਜਿਹੜਾ ਮੁੱਦਾ ਚੁੱਕਿਆ, ਦੇਖੋ ਇਹਨਾਂ ਦੇ ਵਿੱਚੋਂ ਅਸੀਂ ਸਾਰਿਆਂ ਨੂੰ ਤਕਰੀਬਨ ਜਾਣਦੇ ਹਾਂ ਜਿਹੜੇ ਮਾਨ ਸਾਹਿਬ ਆ,
ਭੁਪਿੰਦਰ ਸਿੰਘ ਮਾਨ ਜਿਹੜੇ ਇਹਨਾਂ ਨੇ ਲਾਏ ਆ, ਉਹ ਤੇ ਜਿੱਦਾਂ ਕਹਿ ਲਓ ਕਿ ਬਹੁਤ ਪਹਿਲਾਂ ਹੀ 80 ਦੇ ਦਹਾਕੇ ਦੇ ਵਿੱਚ ਹੀ ਲੱਖੋਵਾਲ ਸਾਹਿਬ ਬਣ ਗਏ ਸੀਗੇ। ਇਹ ਕਾਂਗਰਸ ਦੇ ਲੱਖੋਵਾਲ ਆ, ਉਹ ਅਕਾਲੀਆਂ ਦੇ ਲੱਖੋਵਾਲ ਸੀਗੇ ਨਾ, ਇਹ ਕਾਂਗਰਸੀਆਂ ਦੇ ਲੱਖੋਵਾਲ ਕਹਿ ਸਕਦੇ ਤੁਸੀਂ। ਇਹ ਮੈਂਬਰ ਪਾਰਲੀਮੈਂਟ ਤੱਕ ਬਣ ਚੁੱਕੇ ਆ। 3 ਵਾਰੀ ਇਹਨਾਂ ਨੇ ਐਲਾਨੀਆਂ ਸਪੋਰਟ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ, 2002 ਦੇ ਵਿੱਚ, 2012 ਦੇ ਵਿੱਚ ਔਰ 2019 ਦੇ ਵਿੱਚ। ਇਹਨਾਂ ਦਾ ਮੁੰਡਾ ਵੀ ਸਰਕਾਰ ਦਾ ਅਹੁਦਾ ਜਿਹੜਾ ਹੰਡਾ ਰਿਹਾ ਇਸ ਟਾਈਮ। ਚਲੋ ਉਹਨਾਂ ਨੂੰ ਆਪਾਂ ਵੱਖ ਰੱਖ ਲੈਂਦੇ ਹਾਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਜ਼ਿਆਦਾ ਨੇੜੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਕਿਸ ਤਰ੍ਹਾਂ ਦਾ, ਉਹ ਕਿਸੇ ਤੋਂ ਗੁੱਝਾ ਨਹੀਂ ਰਿਹਾ ਸਾਰੇ ਪ੍ਰਕਰਨ ਦੇ ਵਿੱਚ, ਜੋ ਆਪਾਂ ਨੂੰ ਵੀ ਪਤਾ ਹੈ। ਫਿਰ ਜਿਹੜੇ ਦੂਜੇ ਰਹਿ ਗਏ ਆ, ਉਹਨਾਂ ਦੇ ਵਿੱਚੋਂ ਤੁਸੀਂ ਗੁਲਾਟੀ ਸਾਹਿਬ ਦਾ ਨਾਮ ਸੁਣਿਆ ਹੋਣਾ। ਉਹ ਤੁਸੀਂ ਜਿਹੜੀਆਂ ਪੜ੍ਹ ਰਹੇ ਹੋ ਨਾ ਕਿ ਫਲਾਣੇ ਦੀ ਸਟੇਟਮੈਂਟ ਆ ਫਲਾਣੇ, ਮੈਂ ਤੁਹਾਨੂੰ ਇਸ ਤੋਂ ਅੱਗੇ ਦੀ ਗੱਲ ਦੱਸ ਦਿੰਦਾ। ਗੁਲਾਟੀ ਸਾਹਿਬ ਉਹ ਸ਼ਖਸ ਨੇ ਜਿਹੜੇ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਿੱਚ ਜੋ ਆਰਥਿਕ ਸਲਾਹਕਾਰ ਪ੍ਰੀਸ਼ਦ ਹੁੰਦੀ ਸੀਗੀ, ਉਹਦੇ ਸਭ ਤੋਂ ਯੰਗੈਸਟ ਇਹ ਮੈਂਬਰ ਸੀਗੇ। ਇਹ ਰਿਕਾਰਡ ਹੈ। ਔਰ ਇਹ ਫਿਰ UPA ਸਰਕਾਰ ਦੇ ਵਿੱਚ ਵੀ ਰਹੇ, ਜਿਹੜਾ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ। ਉਸ ਤੋਂ ਬਾਅਦ ਫਿਰ ਨਰਿੰਦਰ ਮੋਦੀ ਸਰਕਾਰ ਦਾ ਇੱਕ ਅਹਿਮ ਹਿੱਸਾ ਬਣ ਗਿਆ। ਇੱਥੋਂ ਤੱਕ ਈਵਨ ਦੋ ਮੈਂ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਅੱਗੇ ਦੀ ਗੱਲ ਦੱਸਦਾ ਕਿ ਜਦੋਂ ਰਾਧਾ ਮੋਹਨ ਸਿੰਘ ਨੂੰ ਇਹਨਾਂ ਨੇ ਰਿਪਲੇਸ ਕਰਨਾ ਸੀਗਾ, ਖੇਤੀ ਮੰਤਰੀ ਸੀਗੇ ਨਾ ਪਿਛਲੇ ਟਰਮ ਦੇ, ਤਾਂ ਹੋਇਆ ਕੀ ਸੀਗਾ ਕਿ 3 ਸਟੇਟਾਂ ਦੇ ਇਲੈਕਸ਼ਨ ਹਾਰ ਗਏ ਸੀ, ਰਾਜਸਥਾਨ, MP, ਛੱਤੀਸਗੜ੍ਹ। ਜਦੋਂ RSS ਨੇ ਘੋਖ ਕੀਤੀ ਇਸ ਚੀਜ਼ ਦੀ, ਤਾਂ ਇਹਨਾਂ ਨੂੰ ਇੱਕ ਗੱਲ ਜਿਹੜੀ ਸਪਸ਼ਟ ਦਿਖਾਈ ਦਿੱਤੀ ਕਿ 3 ਥਾਵਾਂ ਤੋਂ ਸਰਕਾਰ ਗਵਾਉਣ ਦਾ ਵੱਡਾ ਕਾਰਨ ਕਿਸਾਨ ਵੋਟ ਸੀਗਾ। ਕਿਸਾਨਾਂ ਦੀ ਨਾਰਾਜ਼ਗੀ, ਤੁਹਾਨੂੰ ਯਾਦ ਹੋਣਾ MP ਦੇ ਵਿੱਚ ਗੋਲੀ ਚੱਲ ਗਈ, ਉਹ ਯਾਦ ਹੋਣਾ ਸਾਰਾ। ਤਾਂ ਰਾਜਸਥਾਨ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਨਾਰਾਜ਼ਗੀ ਸੀ ਕਿਸਾਨਾਂ ਦੀ। ਇਹਨਾਂ ਨੇ ਰਾਧਾ ਮੋਹਨ ਨੂੰ ਜਦੋਂ ਰਿਪਲੇਸ ਕੀਤਾ ਤਾਂ ਉਸ ਵੇਲੇ ਗੁਲਾਟੀ ਸਾਹਿਬ ਦੇ ਨਾਂ ਦੀ ਚਰਚਾ ਚੱਲੀ ਕਿ ਭਾਰਤੀ ਜਨਤਾ ਪਾਰਟੀ ਕਿਉਂ ਨਾ ਇਹਨਾਂ ਨੂੰ ਕੇਂਦਰੀ ਖੇਤੀ ਮੰਤਰੀ ਬਣਾ। ਔਰ ਇਹ ਸ਼ਖਸ ਉਹ ਨੇ ਜਿਨ੍ਹਾਂ ਨੇ MSP ਤੇ, ਇਹ ਤਾਂ ਟਿੱਪਣੀ ਸਾਰੇ ਹੁਣ ਤੁਸੀਂ ਪੜ੍ਹ ਰਹੇ ਹੋ ਸੋਸ਼ਲ ਮੀਡੀਆ, MSP ਤੇ ਇਹ ਗੱਲ ਕਹੀ ਕਿ ਜਿਹੜੇ ਲੋਕ ਦਸੰਬਰ ਦੀ ਗੱਲ ਆ, ਦਸੰਬਰ ਦੀ ਗੱਲ, ਇਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਲੋਕ ਕਾਨੂੰਨੀ ਰੂਪ ਦੇ ਵਿੱਚ MSP ਨੂੰ ਮੰਗਦੇ ਆ, ਅਸਲ ਦੇ ਵਿੱਚ ਉਹਨਾਂ ਦੀ ਸੋਚ 50 ਸਾਲ ਬੈਕਵਰਡ ਹੈ। ਆਹ ਗੱਲ ਕਹੀ ਇਹਨਾਂ ਨੇ। ਪਰ ਲੜਾਈ ਕਾਹਦੀ ਹੈ? ਲੜਾਈ ਹੈਗੀ ਹੈ APMC ਦੀ ਤੇ MSP ਦੀ। ਕੰਟਰੈਕਟ ਫਾਰਮਿੰਗ ਤੇ ਬਾਅਦ ਦਾ ਹਿੱਸਾ ਹੈ ਨਾ। ਕੰਟਰੈਕਟ ਫਾਰਮਿੰਗ ਤਾਂ ਆਪਾਂ ਨੂੰ ਪਤਾ, ਪੰਜਾਬ ਵਾਲਿਆਂ ਨੂੰ APMC ਮਿਲੇ, MSP ਮਿਲੇ, ਇਹਨਾਂ ਨੇ ਕੰਪਨੀਆਂ ਨੂੰ ਖੂਹ 'ਚ ਪਾਉਣਾ। ਇਹਨਾਂ ਨੂੰ ਵੀ ਲੋੜ ਹੈ ਕਿ ਆਪ ਵਾਹੀ ਕਰਨਗੇ ਤਾਂ ਠੇਕੇ ਤੇ ਲੈ ਕੇ ਵਾਹੀ ਕਰਦੇ ਨੇ, ਤਾਂ ਵੀ ਬਚਾ ਲੈਂਦੇ ਨੇ। ਸਭ ਨੂੰ ਪਤਾ ਹੀ ਆ ਆਪਾਂ ਨੂੰ। ਇੱਥੇ ਕੋਈ ਉਹ ਨਹੀਂ ਹੈਗਾ ਕਿ ਨੁਕਸਾਨ ਦੀ ਖੇਡ ਨਹੀਂ ਹੁੰਦੀ ਕਿ ਆਪੋ ਆਪਣਾ ਪਰਤਾ ਜਿਹੜਾ ਪਾ ਲਿਆ ਜਾਂਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਭੁਪਿੰਦਰ ਸਿੰਘ ਮਾਨ ਹੋਏ, ਫਿਰ ਅਨਿਲ ਮਤਲਬ ਜਿਹੜੇ ਹੈਗੇ ਧਨਵੰਤ, ਇਹ ਤਾਂ ਖੁਦ ਜਾ ਕੇ ਸਰਕਾਰ ਨੂੰ ਸਪੋਰਟ ਕਰਕੇ ਆਏ ਆ। ਅੱਜ ਕੱਲ੍ਹ ਇਹਨਾਂ ਦਾ ਭਾਜਪਾ ਪਿਆਰ ਵੀ ਜਾਗਿਆ ਹੋਇਆ ਨਾ, ਖੁਦ ਮੰਗ ਪੱਤਰ ਦੇ ਕੇ ਆਏ ਕਿ ਅਸੀਂ ਸਮਰਥਨ ਕਰਦੇ ਹਾਂ। ਸੋ ਰਹਿ ਹੀ ਨਹੀਂ ਜਾਂਦਾ। ਜਿਹੜੇ ਹੈਗੇ ਆ ਡਾਕਟਰ ਹੋਰ ਮੇਰੇ ਖਿਆਲ ਨਾਲ ਜੋਸ਼ੀ ਸਾਹਿਬ ਨੇ, ਪ੍ਰਮੋਦ ਜੋਸ਼ੀ, ਉਹ ਲੇਖ ਲਿਖਦੇ ਨੇ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਉਹ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ। ਅਸਲ ਦੇ ਵਿੱਚ ਮਨਮੋਹਨ ਸਿੰਘ ਜੋ ਗੱਲਾਂ ਅੱਜ ਤੱਕ ਕਰਦੇ ਆਏ ਉਹੀ ਗੱਲਾਂ ਇਹ ਸਰਕਾਰ ਕਰ ਰਹੀ ਹੈ। ਔਰ ਜਿਹੜੀ ਗੱਲ ਸਰਕਾਰ, ਤੁਸੀਂ ਪੁੱਛਦੇ ਹੋਵੋਗੇ ਕਈ ਵਾਰ ਕਿ ਮਨਮੋਹਨ ਸਿੰਘ ਜੀ ਕਿਉਂ ਨਹੀਂ ਬੋਲਦੇ, ਉਹ ਤਾਂ ਸਾਰਾ ਅਖਬਾਰਾਂ ਬੋਲ ਰਹੀਆਂ ਨੇ। ਅੱਜ ਉਹ ਕੀ ਕੰਟਰਾਡਿਕਟ ਗੱਲ ਕਰਨਗੇ? ਉਹ ਤਾਂ ਸਾਰੀ ਜ਼ਿੰਦਗੀ ਇਹਨਾਂ ਚੀਜ਼ਾਂ ਦੀ ਪ੍ਰੋੜਤਾ ਕਰਦੇ ਰਹੇ। ਅੱਛਾ, ਉਹੀ ਲਾਈਨ ਤੋਂ ਕੌਣ ਕਰ ਰਿਹਾ? ਭਾਰਤੀ ਜਨਤਾ ਪਾਰਟੀ ਦੀ ਸਰਕਾਰ। ਔਰ ਇਹ ਕਮੇਟੀ ਜਿਹੜੀ ਹੈ ਇਹ ਉਹਨਾਂ ਦਾ ਪੱਖ ਪੂਰਦੀ, ਕਹਾਣੀ ਖਤਮ ਹੈ। ਸੋ ਇਸ ਕਮੇਟੀ ਨੂੰ ਰੱਦ ਕਰਨ ਤੋਂ ਇਲਾਵਾ ਕਿਸਾਨਾਂ ਕੋਲ ਹੋਰ ਕੋਈ ਬਦਲ ਨਹੀਂ ਸੀ ਬਚਦਾ। ਪਰ ਮੇਰੇ ਹਿਸਾਬ ਨਾਲ ਦੇਖੋ, ਮੈਂ ਇਹਨੂੰ ਇੱਕ ਹੋਰ ਐਂਗਲ ਤੋਂ ਦੇਖਦਾ ਕਿ ਕੱਲ੍ਹ ਤੱਕ ਸੁਪਰੀਮ ਕੋਰਟ ਦਾ ਅਕਸ ਜਿਹੜਾ ਸੀਗਾ ਬਹੁਤ ਚੜ੍ਹਤ ਵਾਲਾ ਹੋ ਗਿਆ ਕਿ ਹਾਂ ਭਾਈ, ਔਰ ਮੀਡੀਆ ਨੇ ਬਹੁਤ ਲਿਸ਼ਕਾ ਕੇ ਪੇਸ਼ ਕੀਤਾ। ਤੇ ਦੇਖੋ ਜੀ, ਸਰਕਾਰ ਨੂੰ ਫਟਕਾਰ ਲੱਗੀ, ਝਾੜ ਲੱਗੀ। ਸਾਡੇ ਅੱਗੇ ਨੂੰ ਪਤਾ ਕਿ ਇਹਨਾਂ ਦਾ ਤਾਂ ਕੰਮ ਹੀ ਇਹ ਹੈ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਇਹ ਤਾਂ ਪੈਂਦਾ ਹੀ ਰਹਿੰਦਾ ਇਹਨਾਂ ਨੂੰ, ਇਹ ਝਾੜ ਫਟਕਾਰ ਵਾਲਾ ਕੰਮ ਚੱਲਦਾ ਹੀ ਰਹਿੰਦਾ। ਪਰ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਆ ਕਿ ਸੁਪਰੀਮ ਕੋਰਟ ਨੇ ਖੇਡ ਨੂੰ ਸੁਲਝਾਉਣ ਤੋਂ ਜੋ ਛੁੱਟ ਕੰਮ ਕੀਤਾ, ਉਹ ਉਲਝਾਉਣ ਦਾ ਕੰਮ ਕੀਤਾ। ਖੇਡ ਹੋਰ ਉਲਝ ਗਈ। ਦੂਜੀ ਚੀਜ਼ ਇਹ ਆ ਕਿ ਜੋ ਸੁਪਰੀਮ ਕੋਰਟ ਦਾ ਵਿਸ਼ਵਾਸ ਹੁਣ ਤੱਕ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਇਸ ਵੇਲੇ ਸਵਾਲਾਂ ਦੇ ਘੇਰੇ ਦੇ ਵਿੱਚ ਆ, ਉਹਨੂੰ ਵੀ ਨੁਕਸਾਨ ਪਹੁੰਚਿਆ ਇਸ ਕਮੇਟੀ ਤੋਂ ਬਾਅਦ। ਕਿਉਂਕਿ ਅੱਜ ਤੁਸੀਂ ਦੇਖੋ ਫੇਸਬੁੱਕ ਤੇ ਹਰੇਕ ਤੀਜਾ ਸਟੇਟਸ ਤੁਹਾਨੂੰ ਉਸ ਕਮੇਟੀ ਬਾਬਤ ਮਿਲਦਾ।
ਇਸ ਕਮੇਟੀ ਦੇ ਵਿੱਚ ਕੌਣ ਸ਼ਖਸ ਆ। ਤਾਂ ਇਹਦਾ ਮਤਲਬ ਇਹੋ ਆ ਕਿ ਕਮੇਟੀ ਦਾ ਕੋਈ ਵਜੂਦ ਬੇਸ਼ੱਕ ਕਾਗਜ਼ਾਂ ਦੇ ਵਿੱਚ ਰਹੇ, ਉਹਦੀ ਕੋਈ ਵੀ ਹੈਸੀਅਤ ਕਿਸਾਨਾਂ ਦੇ ਮਨ ਦੇ ਵਿੱਚ ਨਹੀਂ ਹੈ ਇਸ ਟਾਈਮ, ਕੋਈ ਵੀ ਸਤਿਕਾਰ ਨਹੀਂ ਹੈ। ਸੋ ਉਹਨਾਂ ਨੂੰ ਚਾਹੀਦਾ, ਕਮੇਟੀ ਵਾਲਿਆਂ ਨੂੰ, ਕਿ ਇਖਲਾਕੀ ਤੌਰ ਤੇ ਘੱਟੋ ਘੱਟ ਤੁਸੀਂ ਸਤਿ ਸ੍ਰੀ ਅਕਾਲ ਕਰ ਜਾਓ। ਜੇ ਉਹਨਾਂ 'ਚ ਇਖਲਾਕ ਬਾਕੀ ਨਹੀਂ ਤਾਂ ਸੁਪਰੀਮ ਕੋਰਟ ਨੂੰ ਫਿਰ ਕੌੜਾ ਘੁੱਟ ਭਰ ਲੈਣਾ ਚਾਹੀਦਾ ਹੈ ਕਿ ਹਾਂ ਭਾਈ ਅਸੀਂ ਬਦਲ ਜਾ ਰਹੇ, ਬਹੁਤ ਤੁਹਾਡੇ ਕੋਲ ਵੱਡੇ ਖੇਤੀ ਮਾਰਿਆ, ਸਾਡੇ ਪੰਜਾਬ ਦੇ ਦਵਿੰਦਰ ਸ਼ਰਮਾ ਨੂੰ ਬਿਠਾ ਲਓ, ਇਕੱਲੇ ਹੀ ਬਹੁਤ ਹੈ, ਨਾਲੇ ਖੁਦ ਸਰਕਾਰ ਦਾ ਹਿੱਸਾ ਰਹੇ ਨੇ। ਤੇ ਇਸ ਤੋਂ ਇਲਾਵਾ ਸਾਈਨਾਥ ਹੈਗੇ ਆ, ਉਹਨਾਂ ਨੂੰ ਬਿਠਾ ਲਓ, ਬਹੁਤ ਵੱਡੇ ਵੱਡੇ ਵਿਦਵਾਨ ਮਿਲ ਜਾਣੇ ਨੇ ਤੁਹਾਨੂੰ। ਪਰ ਜੇ ਇਹੋ ਜਿਹੀ ਕਮੇਟੀ ਬਣਾਉਣੀ ਆ ਤੇ ਫਿਰ ਤੇ ਤੁਸੀਂ 4 ਮੰਤਰੀ ਬਣਾ ਦਿਓ, ਉੱਥੇ 4 ਮੰਤਰੀ ਬਿਠਾ ਦਿਓ ਫਿਰ ਸਰਕਾਰ ਦੇ, ਸੁਪਰੀਮ ਕੋਰਟ ਦੇ ਉੱਤੇ ਮੋਹਰ ਲਾ ਦਿਓ, ਗੱਲ ਹੀ ਖਤਮ ਆ, ਕੰਮ ਹੀ ਨਿਬੜੇ। ਸੋ ਆਹ ਚੀਜ਼ਾਂ ਜਿਹੜੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਨੂੰ ਕਿਤੇ ਨਾ ਕਿਤੇ ਨਿਬੇੜਦੀਆਂ, ਤੇ ਗੱਲ ਨੂੰ ਵਿਗਾੜਨ ਵਾਲੀ ਗੱਲ ਆ। ਬਾਕੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅੰਦੋਲਨ ਜਾਰੀ ਰਹੇਗਾ, ਲੋਹੜੀ ਵਾਲੇ ਦਿਨ ਕਾਨੂੰਨਾਂ ਦੀਆਂ ਕਾਪੀਆਂ ਤਾੜਾਂਗੇ, 26 ਜਨਵਰੀ ਦਾ ਪ੍ਰੋਗਰਾਮ ਹੋਏਗਾ ਤੇ ਬਿਲਕੁਲ ਸ਼ਾਂਤਮਈ ਹੋਏਗਾ ਜੀ। ਜੀ ਸੋ ਹੁਣ ਦੇਖਦੇ ਹਾਂ ਵੀ ਅੱਗੇ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਗੱਲ ਵੱਧਦੀ ਆ। ਉੱਧਰ ਇਸ ਕਿਸਾਨ ਸੰਘਰਸ਼ ਦੇ ਦੌਰਾਨ ਇੱਕ ਹੋਰ ਕਿਸਾਨ ਦੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ। ਹਾਂਜੀ ਦੇਖੋ, ਕਾਫੀਆਂ ਮੌਤਾਂ ਹੋ ਗਈਆਂ ਹੁਣ ਤੱਕ। ਆਪਾਂ ਕਹਿ ਸਕਦੇ ਕਿ ਮੇਰਾ ਅੰਦਾਜ਼ਾ ਇੱਕ ਗਿਣਤੀ ਦੇ ਹਿਸਾਬ ਨਾਲ ਜਿੱਦਾਂ ਖਬਰ ਆਈ ਜਾਂਦੀ ਹੈ ਉਹ ਅੰਦਾਜ਼ਾ ਜਿਹਾ ਲਾ ਲਈਦਾ, ਮੇਰੇ ਖਿਆਲ ਦੇ ਨਾਲ ਹੁਣ 80 ਦੇ ਨੇੜੇ ਗਿਣਤੀ ਪਹੁੰਚ ਜਾਏਗੀ ਜੇ ਆਪਾਂ ਅੱਜ ਦੇਖ ਪਾ ਲਈਏ। ਤਾਂ ਕੁਛ ਘੰਟਿਆਂ ਦੇ ਦੌਰਾਨ ਹੀ ਇਹ ਮੌਤਾਂ ਹੋਈਆਂ। ਜਿੱਦਾਂ ਟਿਕਰੀ ਬਾਰਡਰ ਤੇ ਬੀਤੀ ਰਾਤ ਇੱਕ ਕਿਸਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ, ਉਹਨਾਂ ਦੀ ਮੌਤ ਹੋ ਗਈ। ਉਹ ਇੱਥੋਂ ਸਾਡੇ ਜ਼ਿਲ੍ਹੇ ਤੋਂ ਹੀ ਸਨ, ਪਿੰਡ ਲੋਹਾਰਾ ਹੈ, ਤੇ 81 ਸਾਲ ਉਹਨਾਂ ਦੀ ਉਮਰ ਸੀਗੀ। ਇਸ ਤੋਂ ਇਲਾਵਾ ਦਿੱਲੀ ਅੰਦੋਲਨ ਤੋਂ ਪਰਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ, ਇਹ ਮਮਦੋਦ ਦੇ ਵਿੱਚ ਸੀਗੇ। ਇਹਨਾਂ ਦੀ ਉਮਰ ਜਿਹੜੀ ਸੀਗੀ ਉਹ ਮਹਿਜ਼ 26 ਸਾਲ ਸੀਗੀ। ਪਿੰਡ ਦਾ ਨਾਮ ਸੀਗਾ ਸਵਾਈ ਕੇ। ਇਸ ਤੋਂ ਇਲਾਵਾ ਦਿੱਲੀ ਮੋਰਚੇ ਤੋਂ ਇੱਕ ਗ੍ਰੰਥੀ ਸਿੰਘ ਪਰਤੇ ਸੀਗੇ, ਉਹਨਾਂ ਨੇ ਵੀ ਸੁਸਾਈਡ ਨੋਟ ਲਿਖ ਕੇ ਸਰਕਾਰ ਦੇ ਖਿਲਾਫ ਖੁਦਕੁਸ਼ੀ ਕਰ ਲਈ ਹੈ। ਇਹ ਵੀ ਇਸੇ ਏਰੀਏ ਦੇ, ਮਮਦੋਦ ਤੋਂ ਕੋਈ ਬਹੁਤੀ ਦੂਰ ਨਹੀਂ, ਲੱਖੋ ਕੇ ਬਹਿਰਾਮ ਆ। ਜਦੋਂ ਤੁਸੀਂ ਇੱਧਰੋਂ ਜਲਾਲਾਬਾਦ ਤੋਂ ਫਿਰੋਜ਼ਪੁਰ ਨੂੰ ਜਾਂਦੇ ਹੋ, ਇਹ ਪਿੰਡ ਸੜਕ ਦੇ ਉੱਤੇ ਪੈਂਦੇ ਆ। ਲੱਖੋ ਕੇ ਬਹਿਰਾਮ ਇਹਨਾਂ ਦਾ ਪਿੰਡ ਸੀਗਾ, ਜਿੱਥੋਂ ਦੇ ਇਹ ਸ਼ਾਇਦ ਪਿੰਡ ਮਹਿਮਾ ਸੀ, ਨਾਲ ਹੀ ਹੈ ਲੱਖੋ ਕੇ ਬਹਿਰਾਮ ਦਾ। ਤੁਸੀਂ ਲੱਖੋ ਕੇ ਬਹਿਰਾਮ ਕਹਿ ਸਕਦੇ ਹੋ, ਥਾਣਾ ਵੀ ਇਹ ਸ਼ਾਇਦ ਵੱਡਾ ਪਿੰਡ, ਇਸ ਕਰਕੇ ਉਹਦਾ ਨਾਂ ਆ ਜਾਂਦਾ ਹੈ। ਇਹ ਗ੍ਰੰਥੀ ਸਿੰਘ ਸੀਗੇ, ਨਸੀਬ ਸਿੰਘ ਪੁੱਤਰ ਸ਼ਿੰਗਾਰ ਸਿੰਘ, ਜਿਨ੍ਹਾਂ ਨੇ 12 ਬੋਰ ਦੀ ਬੰਦੂਕ ਨਾਲ ਆਪਣੇ ਆਪ ਨੂੰ ਮੁਕਾ ਲਿਆ। ਇਸ ਤੋਂ ਇਲਾਵਾ ਸਿੰਘੂ ਬਾਰਡਰ ਤੇ ਜ਼ਹਿਰ ਪੀਣ ਦੇ ਨਾਲ ਵੀ ਇੱਕ ਕਿਸਾਨ ਦੀ ਮੌਤ ਹੋਈ ਆ। ਇਹਨਾਂ ਦਾ ਨਾਮ ਸੀਗਾ ਲਾਭ ਸਿੰਘ, ਉਮਰ ਇਹਨਾਂ ਦੀ ਸੀਗੀ 49 ਸਾਲ। ਪਿੰਡ ਸੀਗਾ ਇਹਨਾਂ ਦਾ ਸਿਰਥਲਾ, ਸ਼ਹਿਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ। ਤਾਂ ਇਹਨਾਂ ਨੇ ਵੀ ਖੁਦਕੁਸ਼ੀ ਨੋਟ ਲਿਖ ਕੇ, ਯਾਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਖੁਦ ਨੂੰ ਖਤਮ ਕਰ ਲਿਆ ਜੀ। ਅਜਿਹੀਆਂ ਖਬਰਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ ਆ। ਉੱਧਰ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ ਤੀਕਸ਼ਣ ਸੂਦ ਹਾਈਕੋਰਟ ਪੁੱਜੇ ਆ, ਪੰਜਾਬ ਸਰਕਾਰ ਨੂੰ ਮਿਲਿਆ ਨੋਟਿਸ। ਹਾਂਜੀ ਦੇਖੋ, ਜੇ ਆਪਾਂ ਹਿਸਾਬ ਕਿਤਾਬ ਲਾ ਕੇ ਚੱਲੀਏ ਤੀਕਸ਼ਣ ਸੂਦ ਹੋਰਾਂ ਦਾ, ਤਾਂ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਗੋਆ ਰਾਤ ਹੀ ਆ ਜਾਣਾ। ਤੇ ਐਵੇਂ ਨੱਕ ਬੁੱਲ ਜਿਹਾ ਚੜਾਉਂਦੇ ਸੀ, ਕਿਉਂਕਿ ਇਹਨਾਂ ਨੇ ਜਾ ਕੇ ਸਿਕਿਉਰਿਟੀ ਮੰਗ ਲਈ ਆ ਹਾਈ ਕੋਰਟ ਦੇ ਵਿੱਚੋਂ। ਸਿਕਿਉਰਿਟੀ ਮੰਗ ਲਈ ਆ ਤੇ ਭਾਈ ਗੋਹਾ ਤੰਗ ਕਰਦਾ, ਮਤਲਬ ਕਿ ਆਧਾਰ ਵੇਖੋ ਕਿੱਡਾ ਵੱਡਾ ਬਣਾਇਆ ਹੋਣਾ ਇਹਨਾਂ ਨੇ ਕਿ ਗੋਹਾ ਸੁੱਟਿਆ ਗਿਆ ਮੇਰੇ ਗੋਹੇ ਤੇ, ਸੋ ਇਸ ਕਰਕੇ ਮੇਰੀ ਸਿਕਿਉਰਿਟੀ ਦੇ ਵਿੱਚ ਇਜ਼ਾਫਾ ਕੀਤਾ ਜਾਵੇ। ਚਲੋ ਇਹ ਤਾਂ ਦੇਖੋ ਹਰੇਕ ਬੰਦੇ ਦੇ ਮੌਲਿਕ ਅਧਿਕਾਰ ਆ ਜੋ ਸਰਕਾਰ ਤੋਂ ਲੈ ਸਕਦਾ, ਜੋ ਸਿਸਟਮ ਦੇ ਵਿੱਚ ਰਹਿ ਕੇ ਉਹਨੂੰ ਚਾਹੀਦਾ, ਤਾਂ ਉਹਨੂੰ ਲੱਗਦਾ ਜਾਨ ਮਾਲ ਦੇ ਹਿਫਾਜ਼ਤ ਵਾਸਤੇ, ਤਾਂ ਠੀਕ ਹੈ, ਮੰਨ ਲਵੇ, ਕੋਈ ਫਰਕ ਨਹੀਂ ਪੈਂਦਾ। ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹਾਈ ਕੋਰਟ ਨੇ। ਪਰ ਇੱਕ ਗੱਲ ਵੇਖਣ ਵਾਲੀ ਹੈ ਨਾ ਕਿ ਦੇਖੋ ਠੀਕ ਆ, ਤੁਸੀਂ ਗਏ ਹਾਈ ਕੋਰਟ ਨੇ, ਨਾਲ ਦੇ ਨਾਲ ਤੁਹਾਡੀ ਗੱਲ ਸੁਣੀ, ਉਹਨਾਂ ਨੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ, ਨੋਟਿਸ ਵੀ ਜਾਰੀ ਹੋ ਗਏ। ਤਾਂ ਤੁਸੀਂ ਜਦੋਂ ਇਹ ਗੱਲ ਕਹਿੰਦੇ ਹੋ, ਇਹ ਚਲੋ ਤੀਕਸ਼ਣ ਸੂਦ ਨਾ ਕਹਿੰਦੇ ਹੋਣ, ਪਰ ਇਹਨਾਂ ਨੇ ਇਹ ਗੱਲ ਤੇ ਜ਼ਰੂਰ ਕਹੀ ਆ ਨਾ ਕਿ ਪਿਕਨਿਕ ਮਨਾਉਣ ਜਾਂਦੇ ਆ। ਜਿਹੜੇ ਪਿਕਨਿਕ ਮਨਾਉਣ ਵਾਲੇ ਆ, ਤੇ ਜਿੱਦਾਂ ਇਹਨਾਂ ਦੇ ਕੁਛ ਹੋਰ ਇੱਥੇ ਫਿਰਦੇ ਆ ਲਗਾੜੇ ਟਾਈਪ ਬੰਦੇ, ਜਿਹੜੇ ਕਹਿੰਦੇ ਆ ਕਿ ਕਿਸਾਨਾਂ ਨੂੰ ਸਬਸਿਡੀਆਂ ਕਾਹਦੀਆਂ। ਤਾਂ ਹੁਣ ਬੰਦਾ ਪੁੱਛੇ ਕਿ ਜਿਹੜੇ ਗਨਮੈਨ ਤੁਸੀਂ ਲੈਣੇ ਨੇ, ਉਹਨਾਂ ਦਾ ਖਰਚਾ ਵੀ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਪਿਕਨਿਕ ਮਨਾਉਂਦੇ ਫਿਰਦੇ ਆ, ਜਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਸਬਸਿਡੀਆਂ ਕਾਹਦੀਆਂ, ਤੇ ਜੇ ਸਬਸਿਡੀਆਂ ਦੇ ਮੁਕਾਬਲੇ ਦੇਖੋਗੇ ਤਾਂ ਕਿਸਾਨ ਦੀ ਜਿਹੜੀ ਤੁਸੀਂ ਲੁੱਟ ਕਰਦੇ ਹੋ ਕਿ ਹਾਂਜੀ ਅਸੀਂ ਮਹਿੰਗਾਈ ਨਹੀਂ ਵਧਣ ਦੇਣੀ,
ਉਸ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਨਾਂ ਤੇ ਜੋ ਤੁਸੀਂ ਕਿਸਾਨ ਦਾ ਨੁਕਸਾਨ ਕਰਦੇ ਹੋ ਵੱਖਰਾ, ਉਹ ਤੇ ਤੁਸੀਂ ਛੱਡ ਹੀ ਦਿਓ। ਉਹ ਸਬਸਿਡੀਆਂ ਤਾਂ ਕੱਛ ਵੀ ਨਹੀਂ, ਉਹਦੇ ਮੁਕਾਬਲੇ ਤਾਂ ਤੁਸੀਂ 10% ਟੈਕਸ ਵਧੇਰੇ ਲੈ ਜਾਂਦੇ ਹੋ ਉਹਦੇ ਤੋਂ, ਜਿੰਨੇ ਉਹ ਟੈਕਸ ਪੇ ਕਰਦਾ ਤੁਹਾਨੂੰ। ਸਬਸਿਡੀ ਤਾਂ ਬਹੁਤ ਬੌਣੀ ਰਹਿ ਜਾਂਦੀ। ਤਾਂ ਕਹਿਣ ਦਾ ਮਤਲਬ ਕਿ ਇਹੀ ਦੇਸ਼ ਦਾ ਇੱਕ ਕਹਿ ਲਓ ਖੂਬਸੂਰਤ ਪੱਖ ਹੁੰਦਾ ਕਿ ਕੋਈ ਟੈਕਸ ਪੇ ਕਰਦਾ, ਕੋਈ ਉਹਦੇ ਨਾਲ ਸਹੂਲਤ ਮਾਣਦਾ ਹੈ। ਤਾਂ ਘੱਟੋ ਘੱਟ ਜਦੋਂ ਗਾਹ ਤੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਤਾਂ ਇਹ ਚੀਜ਼ ਤੁਹਾਡੇ ਜ਼ਿਹਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਹਰੇਕ ਬੰਦੇ ਦਾ ਕੋਈ ਨਾ ਕੋਈ ਕੰਟਰੀਬਿਊਸ਼ਨ ਹੈ। ਇਹ ਨਹੀਂ ਹੈ ਕਿ ਟਟੀਰੀ ਵਾਂਗੂ ਇਹ ਗੱਡਾ ਜਿਹੜਾ ਇਸ ਦੇਸ਼ ਦਾ ਉਹ ਤੁਹਾਡੇ ਸਿਰ ਤੇ ਹੀ ਚੱਲੀ ਜਾਂਦਾ। ਇਸ ਚੀਜ਼ ਨੂੰ ਜ਼ਰੂਰ ਮੱਦੇਨਜ਼ਰ ਰੱਖੋ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।